ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਪੈਸ਼ਲ ਪ੍ਰੋਗਰਾਮ ਅਸੀਂ ਹਿਊਸਟਨ ਟੈਕਸਸ ਆਏ ਹੋਏ ਹਾਂ। ਅਸੀਂ ਕਹਿੰਦੇ ਨਾ ਕਿ ਸੇਵਕ ਕੋ ਸੇਵਾ ਬਣਾਏ ਹੁਕਮ ਬੁਝੇ ਪਰਮਪਦ ਪਾਈ, ਉਸ ਮਹਾਵਾਕ ਅਨੁਸਾਰ ਦਰਸ਼ਕੋ ਅਦਾਰਾ ਕਲਗੀਧਰ ਟਰਸਟ ਬੜੂ ਸਾਹਿਬ ਦਾ ਜਿਹੜਾ ਪ੍ਰੋਗਰਾਮ ਚੱਲ ਰਹੇ ਨੇ, ਉੱਥੇ ਜਿਹੜੀ ਉਹਨਾਂ ਦੀ ਸੇਵਾ ਚੱਲ ਰਹੀ ਹੈ, ਉਸੇ ਸੇਵਾ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ। ਇੱਕ ਸੇਵਾ ਦੇ ਪੁੰਜ ਜਿਹੜੇ ਕਿ ਹਰ ਪ੍ਰੋਗਰਾਮ 'ਚ ਹਰ ਚੈਰਿਟੀ 'ਚ ਵੱਧ ਚੜ੍ਹ ਕੇ ਹਿੱਸਾ ਦਿੰਦੇ ਨੇ। ਇਸ ਸ਼ਖਸ ਬਾਰੇ ਇਹੀ ਸੁਣਨ ਨੂੰ ਮਿਲਿਆ ਤੇ ਅੱਜ ਅਸੀਂ ਅੱਖੀਂ ਵੀ ਦੇਖ ਲਿਆ ਕਿ ਇੱਕ ਬਲੈਂਕ ਚੈੱਕ ਜਿਹੜਾ ਉਹ ਆਪਦੀ ਜੇਬ ਵਿੱਚ ਹੀ ਰੱਖਦੇ ਨੇ, ਚਾਹੇ ਗੁਰਦੁਆਰਾ ਸਾਹਿਬ ਜਾਣ ਜਾਂ ਕਿਸੇ ਹੋਰ ਇਵੈਂਟ ਤੇ ਜਾਣ ਤਾਂ ਚੈੱਕ ਆਪਦੀ ਜੇਬ 'ਚ ਰੱਖਦੇ ਨੇ। ਔਰ ਪਰਮਾਤਮਾ ਨੇ, ਉਸ ਪਰਮ ਪਿਤਾ ਪਰਮਾਤਮਾ ਨੇ, ਪਰਵਰਦਿਗਾਰ ਨੇ ਕਮੀ ਵੀ ਨਹੀਂ ਛੱਡੀ ਕਿਸੇ ਗੱਲ ਦੀ। ਦਰਸ਼ਕੋ, ਉਸ ਸੇਵਾ ਦੇ ਪੁੰਜ ਦਾ ਨਾਮ ਹੈਗਾ ਹਰਦਮ ਸਿੰਘ ਆਜ਼ਾਦ। ਅਸੀਂ ਡਾਕਟਰ ਹਰਦਮ ਸਿੰਘ ਆਜ਼ਾਦ ਦੇ ਘਰ ਵਿਖੇ, ਉਹ ਸਾਡੇ ਨਾਲ ਪੈਨਲ 'ਚ ਵੀ ਮੌਜੂਦ ਨੇ ਤੇ ਸਾਡੇ ਨਾਲ ਦੂਸਰੇ ਪੈਨਲਿਸਟ ਨੇ ਜਸਪਾਲ ਸਿੰਘ ਸਿੱਧੂ, ਜਿਹੜੇ ਕਿ ਉਚੇਚੇ ਤੌਰ ਤੇ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆਏ ਹੋਏ ਨੇ। ਪਹਿਲਾਂ ਤਾਂ ਡਾਕਟਰ ਸਾਹਿਬ ਤੇ ਦੋਨੋਂ ਪੈਨਲਿਸਟ ਦਾ ਸਵਾਗਤ ਕਰਾਂਗੇ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਨਾਂ ਦਾ ਬਹੁਤ ਬਹੁਤ ਸਵਾਗਤ। ਡਾਕਟਰ ਸਾਹਿਬ, ਮੇਰਾ ਕੁਐਸਚਨ ਤੁਹਾਡੇ ਤੋਂ ਪਹਿਲਾਂ ਇਹ ਹੈ ਕਿ ਜਿਹੜੀ ਅਦਾਰਾ ਕਲਗੀਧਰ ਟਰਸਟ ਬੜੂ ਸਾਹਿਬ, ਜਿਹੜਾ ਕਿ ਬਹੁਤ ਚੰਗੇ ਮੱਲਾਂ ਮਾਰ ਰਿਹਾ ਹਰ ਐਜੂਕੇਸ਼ਨ ਦੇ ਵਿੱਚ ਵੀ ਤੇ ਹੋਰ ਜਿਹੜੇ ਡੀ ਐਡਿਕਸ਼ਨ ਸੈਂਟਰ ਚੱਲ ਰਹੇ ਉਹਨਾਂ ਵਿੱਚ ਵੀ, ਤੇ ਆਪਾਂ ਗੱਲ ਕरें ਕਿ ਤੁਸੀਂ ਕਦੋਂ ਤੋਂ ਜੁੜੇ ਹੋਏ ਆ ਇਸ ਅਦਾਰੇ ਨਾਲ ਤੇ ਹੁਣ ਤੱਕ ਦਾ ਜਿਹੜਾ ਉਪਰਾਲਾ ਅਦਾਰੇ ਵੱਲੋਂ ਕੀਤਾ ਜਾ ਰਿਹਾ ਉਹ ਕਿੱਥੇ ਕੁ ਖੜਾ ਤੁਹਾਡੇ ਅਨੁਸਾਰ? ਮੈਨੂੰ ਐਗਜ਼ੈਕਟ ਸੰਨ ਤਾਂ ਨਹੀਂ ਯਾਦ ਜੀ, ਪਰ ਬਾਬਾ ਇਕਬਾਲ ਸਿੰਘ ਜੀ ਤੇ ਖੇਮ ਸਿੰਘ ਜੀ ਦੋਵੇਂ ਹਿਊਸਟਨ ਵਿੱਚ ਆਏ ਸੀ। ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਜੀ। ਉਹਨਾਂ ਦਿਨਾਂ ਦੇ ਵਿੱਚ ਪਹਿਲੀ ਵਾਰੀ ਮੁਲਾਕਾਤ ਹੋਈ ਉਹਨਾਂ ਦੇ ਨਾਲ ਤੇ ਮੈਂ ਬੜਾ ਪ੍ਰਭਾਵਿਤ ਹੋਇਆ ਕਿ ਜਿਹੜੀ ਚਾਈਨੀਜ਼ ਦੇ ਵਿੱਚ ਇੱਕ ਕਹਾਵਤ ਹੈਗੀ ਹੈ, ਜੇ 1 ਸਾਲ ਦੀ ਖੁਸ਼ਹਾਲੀ ਚਾਹੁੰਦੇ ਹੋ ਤੇ ਤੁਸੀਂ ਅਨਾਜ ਬੋਝੋ, ਜੇ 10-20 ਸਾਲ ਦੀ ਖੁਸ਼ਹਾਲੀ ਚਾਹੁੰਦੇ ਹੋ ਤੇ ਤੁਸੀਂ ਦਰਖਤ ਲਾਓ, ਜੇ 100 ਸਾਲ ਦੀ ਖੁਸ਼ਹਾਲੀ ਚਾਹੁੰਦੇ ਹੋ ਤੇ ਬੰਦੇ ਬਣਾਓ। ਜੀ ਜੀ। ਜਿਹੜਾ ਇਹ ਮਿਸ਼ਨ ਹੈ ਬੜੂ ਸਾਹਿਬ ਚੈਰਿਟੀਜ਼ ਦਾ, ਇਹ ਬੰਦੇ ਬਣਾਉਣ ਨੂੰ ਜਿਹੜੇ ਲੋਕ ਸਾਡੇ ਪਿਛੋਕੜ ਦੇ ਨਾਲ ਤਾਲੁਕ ਰੱਖਦੇ ਨੇ, ਪੇਂਡੂ ਪੰਜਾਬ ਜੀ, ਜੇ ਪੰਜਾਬ ਬਚਾਉਣਾ ਹੈ ਤੇ ਪੰਜਾਬ ਦੇ ਬੱਚਿਆਂ ਨੂੰ ਵਿੱਦਿਆ ਦੇਣੀ ਪੈਣੀ ਹੈ। ਅੱਜ ਦੇ ਦਿਓ, ਕੱਲ੍ਹ ਨੂੰ ਦੇ ਦਿਓ। ਤੇ ਉਹ ਸੰਕਲਪ ਮੇਰੇ ਮਨ ਦੇ ਵਿੱਚ ਉਸ ਵੇਲੇ ਹੋਂਦ ਵਿੱਚ ਆਇਆ ਜਦੋਂ ਮੈਂ ਇਹਨਾਂ ਦੇ ਨਾਲ ਪਹਿਲੀ ਵਾਰੀ ਮੁਲਾਕਾਤ ਕੀਤੀ। ਜੀ ਜੀ, 1 ਸਾਲ ਪਹਿਲਾਂ। ਡਾਕਟਰ ਸਾਹਿਬ, ਬਹੁਤ ਸੋਹਣਾ ਐਲੈਬੋਰੇਟ ਕੀਤਾ ਤੁਸੀਂ ਕਿ 1 ਸਾਲ ਜੇ ਤੁਸੀਂ ਖਾਣਾ ਤੇ ਅਨਾਜ ਬੀਜੋ ਤੇ ਉਸ ਤੋਂ ਬਾਅਦ ਜੇ ਤੁਸੀਂ ਜੋ ਵੀ ਤੁਸੀਂ ਉਹ ਚਾਈਨੀਜ਼ ਦੀ ਕਹਾਵਤ ਕੀਤੀ, ਬਹੁਤ ਸੋਹਣਾ ਮਾਇਨੇ ਰੱਖਦੀ ਹੈ। ਮੈਨੂੰ ਇੱਕ ਗੱਲ ਨੇ ਬੜਾ ਪ੍ਰਭਾਵਿਤ ਕੀਤਾ, ਇੱਥੋਂ ਦੀਆਂ ਸੰਗਤਾਂ ਨੇ ਵੀ, ਖਾਸ ਕਰਕੇ ਤੁਸੀਂ ਵੀ, ਕਿ ਪਰਮਾਤਮਾ ਨੇ ਦਿੱਤਾ ਬਹੁਤ ਕੁਛ ਹੈ ਤੁਹਾਨੂੰ। ਮੈਂ ਜਿਹੜੀ ਹੋਮੇ ਬਹੁਤ ਦੇਖੀ ਹੈ ਜਿੱਥੇ ਜਿੱਥੇ ਵੀ ਗਿਆ ਹੋਮੇ, ਤੁਸੀਂ ਐਗਜ਼ੈਕਟ ਫਿਗਰ ਤਾਂ ਮੈਂ ਨਹੀਂ ਦੱਸੂੰਗਾ ਡਿਊ ਟੂ ਪ੍ਰਾਈਵੇਸੀ ਇਸ਼ੂ, ਪਰਮਾਤਮਾ ਨੇ ਤੁਹਾਨੂੰ ਬਹੁਤ ਕੁਛ ਦਿੱਤਾ, ਮਿਲੀਅਨਸ ਤੇ ਬਿਲੀਅਨਸ ਦੇ ਵਿੱਚ ਖੇਲਦੇ ਹੋ। ਉਸ ਤੋਂ ਬਾਅਦ ਜਿਹੜੀ ਹੋਮੇ ਤੁਹਾਡੇ ਕੋਲ ਨਹੀਂ ਆਈ ਡਾਕਟਰ ਸਾਹਿਬ, ਤੁਸੀਂ ਸੇਵਾ ਭਾਵਨਾ ਵੀ ਨਾਲ ਰੱਖਦੇ ਹੋ ਔਰ ਜਿਹੜੀ ਹਿਊਮੈਨਿਟੀ ਹੈ, ਜਿੱਦਾਂ ਦੇ ਅਸੀਂ ਸਵੇਰ ਦੇ ਆਏ ਹਾਂ, ਤੁਹਾਡੇ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ, ਵਧਾਈ ਦੇ ਪਾਤਰ। ਹੁਣ ਆਪਾਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਕਿ ਸੋ ਫਾਰ ਤੁਸੀਂ ਡਾਕਟਰ ਖੇਮ ਸਿੰਘ ਜੀ ਨਾਲ ਵੀ ਜੁੜੇ ਆ, ਸੰਤ ਬਾਬਾ ਇਕਬਾਲ ਸਿੰਘ ਜੀ ਰਹਿਨੁਮਾਈ ਅੱਗੇ ਜਿਹੜਾ ਅਦਾਰਾ ਚੱਲ ਰਿਹਾ ਆ, ਜਿਹੜੀ ਐਜੂਕੇਸ਼ਨ ਲੈਵਲ ਬੱਚਿਆਂ ਦਾ ਇਸ ਟਾਈਮ ਹੈਗਾ ਆ ਉੱਥੇ ਪੰਜਾਬ ਦੇ ਵਿੱਚ, ਤੇ ਉਹਨਾਂ ਨੂੰ ਉੱਚਾ ਚੱਕਣ ਦੇ ਵਿੱਚ ਇਹ ਅਦਾਰਾ ਕਿੱਥੇ ਤਾਈਂ ਕਾਮਯਾਬ ਰਿਹਾ? ਹਰੇਕ ਸੰਸਥਾ ਦੇ ਵਿੱਚ ਕੁਝ ਲੋਕ ਉਹਦੀ ਸ਼ਲਾਘਾ ਕਰਨ ਵਾਲੇ ਵੀ ਹੁੰਦੇ ਆ ਤੇ ਕੁਝ ਲੋਕ ਟੀਕਾ ਟਿੱਪਣੀ ਕਰਨ ਵਾਲੇ ਵੀ ਹੁੰਦੇ ਆ ਜੀ। ਜਿਸ ਤੱਕ ਮੈਂ ਵੇਖਿਆ ਐਨੂਅਲ ਰਿਪੋਰਟਸ ਤੋਂ ਤੇ ਹੋਰ ਐਕਟੀਵਿਟੀਜ਼ ਤੋਂ, ਇਹ ਸੰਸਥਾ ਬਹੁਤ ਹੀ ਵੱਡੀ ਪੱਧਰ 'ਤੇ ਬੜੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ। ਇਟ ਇਜ਼ ਹਾਈਲੀ ਇੰਪੈਕਟਫੁਲ ਜੀ। ਇੰਨੀਆਂ ਅਕੈਡਮੀਆਂ ਖੜੀਆਂ ਕਰ ਦੇਣੀਆਂ ਗੁਰੂ ਦੇ ਭਰੋਸੇ। ਜੀ। ਬੱਚੇ ਅੱਜ ਦਾਖਲ ਹੁੰਦੇ ਹੈ ਤੇ 4-5 ਕਮਰਿਆਂ ਦੇ ਨਾਲ ਅਕੈਡਮੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਗੁਰੂ ਦਾ ਭਰੋਸਾ ਹੈ ਕਿ ਸਾਡੇ ਵਰਗੇ
ਕੋਈ ਨਾ ਕੋਈ ਯਾਦ ਰੱਖਣਗੇ ਆਪਣੀ ਪਿਛੋਕੜ ਨੂੰ ਤੇ ਉਹ ਅਗਲੇ ਕਮਰੇ ਬਣਾ ਦੇਣਗੇ। ਤੇ ਇਹ ਜੋ ਗੁਰੂ ਦਾ ਥਾਪੜਾ ਬਾਬਾ ਇਕਬਾਲ ਸਿੰਘ ਨੂੰ ਕਾਂਸਟੈਂਟਲੀ ਮਿਲ ਰਿਹਾ ਹੈ ਤੇ ਸਾਨੂੰ ਵੀ ਉਹਦੀ ਭਿਣਕ ਪੈ ਰਹੀ ਹੈ। ਇਹ ਬੜਾ ਭਾਰੀ ਸਾਡੀ ਕੌਮ ਵਾਸਤੇ ਇੱਕ ਫਖਰ ਵਾਲੀ ਗੱਲ ਹੈ, ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਹ ਸੂਝਵਾਨ ਬੰਦੇ ਸਾਰੀ ਉਮਰ ਇਸ ਪਾਸੇ ਲਾਤੀ ਉਹਨਾਂ ਨੇ ਤਾਂ ਕਿ ਜਿਹੜੀ ਕੌਮ ਦਾ ਕੋਈ ਸੁਧਾਰ ਹੋ ਸਕੇ। ਜੀ ਜੀ ਡਾਕਟਰ ਸਾਹਿਬ ਐਲੈਬੋਰੇਟ ਬਹੁਤ ਕੀਤਾ। ਦਰਸ਼ਕੋ, ਸਾਡੇ ਨਾਲ ਜਿਹੜੇ ਦੂਜੇ ਪੈਨਲਿਸਟ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਉਚੇਚੇ ਤੌਰ ਤੇ ਕੈਲੀਫੋਰਨੀਆ ਤੋਂ ਆਏ ਹੋਏ ਨੇ, ਪੇਸ਼ੇ ਵਜੋਂ ਸਿਵਲ ਇੰਜੀਨੀਅਰ ਨੇ ਔਰ ਪਹਿਲੇ ਦਿਨ ਤੋਂ ਅਦਾਰਾ ਕਲਗੀਧਰ ਟਰਸਟ ਬੜੂ ਸਾਹਿਬ ਨਾਲ ਜੁੜੇ ਹੋਏ ਨੇ ਤੇ ਐਜ਼ ਮੈਂ ਹਰੇਕ ਪ੍ਰੋਗਰਾਮ 'ਚ ਮੈਂਸ਼ਨ ਵੀ ਕਰਦਾ ਹੁੰਦਾ ਸਿੱਧੂ ਸਾਹਿਬ ਦਾ ਤੇ ਉਹ ਵੀ ਬੜੇ ਚੰਗੇ ਤਰੀਕੇ ਨਾਲ ਤੁਹਾਡੇ ਰੂਬਰੂ ਹੁੰਦੇ। ਮੇਰਾ ਕੁਐਸਚਨ ਇਹਨਾਂ ਤੋਂ ਇਹ ਰਹਿੰਦਾ ਕਿ ਨਵੇਂ ਪ੍ਰੋਜੈਕਟ ਸਿੱਧੂ ਸਾਹਿਬ ਪ੍ਰੋਜੈਕਟ ਬਾਰੇ ਤੁਸੀਂ ਹਰੇਕ ਵਾਰੀ ਦੱਸਦੇ ਹੋ, ਪਰ ਮੈਨੂੰ ਇਹ ਦੱਸੋ ਵੀ ਕਿੰਨੇ ਹਜ਼ਾਰ ਸਕੁਅਰ ਫੁੱਟ ਜਾਂ ਕਿੰਨੇ ਲੱਖ ਸਕੁਅਰ ਫੁੱਟ ਆਊਟ ਆਫ ਜਿਹੜਾ ਬੜੂ ਸਾਹਿਬ ਦਾ ਅਦਾਰਾ ਆ ਜਿਹੜਾ ਬੜੂ ਸਾਹਿਬ ਵਿਖੇ, ਉਸ ਤੋਂ ਬਾਅਦ ਜਿਹੜਾ ਹੋਰ ਸਟੇਟਾਂ 'ਚ ਪੰਜਾਬ ਤੇ ਹੋਰ ਸਟੇਟਾਂ ਦੇ ਵਿੱਚ ਆਪਾਂ ਉੱਥੇ ਕਿੱਥੇ ਸਟੈਂਡ ਕਰ ਰਹੇ ਹਾਂ ਇਸ ਟਾਈਮ? ਹਾਂਜੀ, ਜਸਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਨਾਲ ਸਿੰਘ ਜੀ, ਪਿੱਛੇ ਜੇ ਮੈਂ ਬੜੂ ਸਾਹਿਬ ਤੋਂ ਇਹ ਕਾਣ ਕਰਕੇ ਡਾਟਾ ਲਿਆ ਮੈਂ, ਕਿਉਂਕਿ ਮੈਂ ਸਿਵਲ ਇੰਜੀਨੀਅਰ ਕੰਸਟਰਕਸ਼ਨ ਨਾਲ ਰਿਲੇਟਡ ਹੋਣ ਕਰਕੇ ਕਈ ਵਾਰੀ ਕਿਉਰਿਓਸਿਟੀ ਹੁੰਦੀ ਹੈ ਮਨ ਦੇ ਵਿੱਚ ਵੀ 35 ਸਾਲ ਪਹਿਲਾਂ 5 ਬੱਚਿਆਂ ਦੇ ਨਾਲ ਬਾਬਾ ਜੀ ਨੇ ਸਕੂਲ ਸ਼ੁਰੂ ਕੀਤਾ ਸੀ, 36 ਸਾਲ ਹੋ ਗਏ ਟੂ ਬੀ ਐਗਜ਼ੈਕਟ, ਤੇ ਵੀ ਅੱਜ ਇਹ ਅਦਾਰਾ ਕਿੱਥੇ ਤੱਕ ਪਹੁੰਚਿਆ ਜੀ। ਹਾਂਜੀ, ਤੇ 129 ਸਕੂਲਾਂ ਦੀ ਮੈਂ ਜਦੋਂ ਕਾਲ ਕੀਤੀ ਤੇ ਦੂਜੇ ਦਿਨ ਹੀ ਮੇਰੇ ਕੋਲ ਲਿਸਟ ਆ ਗਈ, ਪਹਿਲਾਂ ਹੀ ਉਹਨਾਂ ਕੋਲ ਡਾਟਾ ਸੀ ਜੀ। ਹਾਂਜੀ, ਤੇ 46 ਲੱਖ ਪਲੱਸ ਸਕੁਅਰ ਫੁੱਟ ਜਿਹੜਾ ਨਾ ਜੀ ਕੰਸਟਰਕਸ਼ਨ ਹੋਈ ਹੈ ਸਕੂਲਾਂ ਦੀ, ਤੇ ਇੱਕ ਜਿਹੜੀ ਉਹਦੇ ਵਿੱਚ ਸਿਰਫ ਦਮਦਮਾ ਸਾਹਿਬ ਦੀ ਯੂਨੀਵਰਸਿਟੀ ਹੈ, ਉਹਦੇ ਵਿੱਚ ਜੋ ਬੜੂ ਸਾਹਿਬ ਦੇ ਵਿੱਚ ਇਨਫਰਾਸਟ੍ਰਕਚਰ ਬਣਿਆ ਉਹ ਵੀ ਕਈ ਲੱਖ ਸਕੁਅਰ ਫੁੱਟ ਹੋਣਾ, ਮੈਨੂੰ ਪਤਾ ਉਹ ਵਿੱਚ ਇਨਕਲੂਡਡ ਨਹੀਂ ਹੈ ਉਹਦੇ ਵਿੱਚ। ਮੈਂ ਦਰਸ਼ਕਾਂ ਨੂੰ ਫਿਰ ਕਲੀਅਰ ਕਰਦਾ ਕਿ ਸਿੱਧੂ ਸਾਹਿਬ ਬਹੁਤ ਸੋਹਣਾ ਕਲੀਅਰ ਕਰ ਰਿਹਾ ਕਿ ਜਿਹੜਾ 46 ਲੱਖ ਸਕੁਅਰ ਫੁੱਟ ਦੇ ਜਿਹੜੀ ਬਿਲਡਿੰਗਸ ਬਣੀ ਹੈ ਉਹ ਜਿਹੜਾ ਬੜੂ ਸਾਹਿਬ ਦਾ ਅਦਾਰਾ ਆ ਜਿਹੜਾ ਉੱਥੇ ਬੜੂ ਸਾਹਿਬ ਹੈ ਉਹਨੂੰ ਛੱਡ ਕੇ ਉਹ ਇਨਕਲੂਡ ਨਹੀਂ ਹੈ ਇਹਦੇ ਵਿੱਚ। ਤੁਸੀਂ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਹੈ ਜਿਹੜੀ, ਤੇ ਬਾਕੀ ਹੋਰ ਸਟੇਟਾਂ ਦੇ ਸਕੂਲ ਤੇ ਪੰਜਾਬ ਦੇ ਵਿੱਚ ਜਿਹੜੇ ਸਕੂਲ ਹੈ ਉਹ, ਤੇ ਇਸ ਟਾਈਮ ਵੀ ਸੇਵਾ ਜੋ ਹੈ ਬੜੀ ਵੱਧ ਚੜ੍ਹ ਕੇ ਚੱਲ ਰਹੀ ਹੈ। ਰੂਮਸ ਹੋਰ ਐਡ ਕੀਤੇ ਜਾਣੇ ਨੇ ਕਿਉਂਕਿ ਬੱਚਿਆਂ ਦੀ ਜਿਹੜੀ ਸੰਖਿਆ ਵੱਧ ਰਹੀ ਹੈ, ਹੋਰ ਲੋੜਵੰਦ ਬੱਚੇ ਵੀ ਆ ਰਹੇ ਆ ਇਸ ਅਦਾਰੇ ਕੋਲ ਜੀ। ਸਿੱਧੂ ਸਾਹਿਬ, ਹੁਣ ਉਹ ਹੋਰ ਆਪਣੇ ਜਿਹੜੇ ਰੂਮਸ ਆ ਹੋਰ ਕਿੱਥੇ ਕਿੱਥੇ ਹੋਰ ਜ਼ਰੂਰਤ ਹੈ ਇਸ ਟਾਈਮ? ਇਸ ਟਾਈਮ ਜੀ ਇਸ ਸਾਲ ਦੇ ਵਿੱਚ ਸਾਨੂੰ, ਕਿਉਂਕਿ ਪਿਛਲੇ 2 ਸਾਲ ਕੋਵਿਡ ਕਰਕੇ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਫੀਸਾਂ ਦੇ ਕੇ ਆਪਣੇ ਬੱਚੇ ਪੜ੍ਹਾਉਂਦੇ ਸੀ ਜੀ, ਉਹ ਫੀਸਾਂ ਨਹੀਂ ਪੇ ਕਰ ਸਕੇ। ਅਦਾਰਾ ਜਿਹੜਾ ਹੈਗਾ ਇੱਕ ਧਾਰਮਿਕ ਸੰਸਥਾ ਹੈ, ਸੰਗਤਾਂ ਦੇ ਸਹਿਯੋਗ ਨਾਲ ਚੱਲਦਾ। ਅਦਾਰਾ ਇਹ ਨਹੀਂ ਸੀ ਕਹਿ ਸਕਦਾ ਵੀ ਤੁਸੀਂ ਫੀਸਾਂ ਨਹੀਂ ਦਿੰਦੇ ਤੇ ਤੁਸੀਂ ਆਪਦੇ ਬੱਚੇ ਘਰਾਂ ਨੂੰ ਲੈ ਜਾਓ, ਅਸੀਂ ਨਹੀਂ ਪੜ੍ਹਾਉਣੇ। ਹਾਂਜੀ, ਔਰ ਉੱਥੇ ਜਿਹੜੇ ਟੀਚਰ ਵੀ ਨੇ, ਟੀਚਰ ਸਾਹਿਬਾਨ ਨੇ, ਉਹਨਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਟੀਚਰ ਸਾਹਿਬਾਨ ਨੇ ਕਿਹਾ ਵੀ ਅਸੀਂ ਸੈਲਰੀ ਅਸੀਂ ਵੀ ਘੱਟ ਲੈ ਲੈਂਦੇ ਹਾਂ, ਸਾਨੂੰ ਪਤਾ ਵੀ ਆਪਾਂ ਸਾਰੇ ਇਸ ਟਾਈਮ ਦੇ ਵਿੱਚ ਲੰਘ ਰਹੇ ਹਾਂ। ਉਹਨਾਂ ਨੇ ਵੀ ਆਪਣੇ ਸਹਿਯੋਗ ਦੇ ਨਾਲ ਕੁਛ ਉਹਨਾਂ ਨੇ ਸੈਲਰੀਜ਼ ਘੱਟ ਕੀਤੀਆਂ ਤੇ ਇਸ ਤਰੀਕੇ ਨਾਲ ਅਦਾਰੇ ਨੇ ਪਿਛਲੇ 2 ਸਾਲਾਂ ਦੇ ਵਿੱਚ ਆਪਣਾ ਟਾਈਮ ਲੰਘਾਇਆ। ਜੋ ਵੀ ਫੀਸਾਂ ਜਿੰਨੀ ਵੀ ਕੋਈ ਦੇ ਸਕਦਾ ਸੀ ਉਹਨੇ ਓਨੀ ਦਿੱਤੀ, ਕਿਸੇ ਨੂੰ ਫੋਰਸਫੁਲੀ ਨਹੀਂ ਕਿਹਾ ਵੀ ਤੁਸੀਂ ਇੰਨੇ ਹੀ ਦਿਓ, ਤੁਹਾਡੇ ਇੰਨੇ ਹੀ ਬਣਦੇ ਨੇ। ਸੋ ਉਸ ਕਰਕੇ ਅੱਗੇ ਕੀ ਹੁੰਦਾ ਸੀ ਕਿ ਫੀਸਾਂ ਦੇ ਨਾਲ ਸਾਰਾ ਕੁਝ ਸੈਲਫ ਸਸਟੇਨਿੰਗ ਹੋ ਜਾਂਦਾ ਸੀ। ਜਿਹੜੇ ਬਾਹਰੋਂ ਡੋਨੇਸ਼ਨਸ ਆਉਂਦੀਆਂ ਸੀਗੀਆਂ ਉਹਨਾਂ ਦੇ ਨਾਲ ਮਤਲਬ ਕਿ ਉਹ ਆਪਣੇ ਸਕੂਲਾਂ ਦਾ ਜਿਹੜਾ ਇਨਫਰਾਸਟ੍ਰਕਚਰ ਬਣਦਾ ਸੀ। ਹੁਣ ਕੀ ਹੋਇਆ ਕਿ ਜਿਹੜਾ ਇਨਫਰਾਸਟ੍ਰਕਚਰ ਵਾਸਤੇ ਪੈਸੇ ਜਿਹੜੇ ਆਉਂਦੇ ਸੀ ਉਹ ਵੀ ਪੈਸੇ ਅਦਾਰੇ ਨੂੰ ਪਿਛਲੇ 2 ਸਾਲਾਂ ਦੇ ਵਿੱਚ ਆਪਣੇ ਸੈਲਫ ਸਸਟੇਨ ਕਰਨ ਵਾਸਤੇ, ਆਪਣੇ ਡੇ ਟੂ ਡੇ ਜਿਹੜੇ ਖਰਚੇ ਸੀਗੇ ਉਹਨਾਂ ਨੂੰ ਚਲਾਉਣ ਵਾਸਤੇ ਉਹਦੇ ਵਿੱਚ ਪੈਸੇ ਜਿਹੜੇ ਉਹ ਪਾਉਣੇ ਪਏ। ਸੋ ਇਸ ਕਰਕੇ ਪਿਛਲੇ 2 ਸਾਲਾਂ ਦੇ ਵਿੱਚ ਕਮਰੇ ਨਹੀਂ ਬਣ ਸਕੇ। ਇਸ ਸਾਲ ਕਿਉਂਕਿ ਹੁਣ ਸਕੂਲ ਅਪਗ੍ਰੇਡ ਹੋ ਰਹੇ ਨੇ, ਅਗਲੀਆਂ ਨਵੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਨੇ, ਤੇ ਇਸ ਕਰਕੇ 200 ਕਲਾਸਰੂਮਸ ਦੀ ਇਮੀਡੀਏਟ ਸਾਨੂੰ ਜ਼ਰੂਰਤ ਸੀਗੀ। ਤੇ ਮਹਾਂਪੁਰਖਾਂ ਨੇ ਕਿਹਾ ਵੀ ਅਸੀਂ ਸਾਰਿਆਂ ਨੇ ਜ਼ਿੰਮੇਵਾਰੀ ਲਈ ਵੀ ਅਸੀਂ ਘੱਟੋ ਘੱਟ 100 ਕਮਰਾ ਤਾਂ ਇੱਥੋਂ ਕਰਕੇ ਦੇਈਏ ਨਾ USA ਤੋਂ, ਬਾਕੀ ਹੋਰ ਕੰਟਰੀਆਂ ਤੋਂ ਵੀ ਸੇਵਾ ਜਾ ਰਹੀ ਹੈ। ਸੋ ਉਸ ਕਰਕੇ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਔਰ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ LA ਤੋਂ, ਹੂਸਟਨ ਤੋਂ, ਸ਼ਿਕਾਗੋ ਤੋਂ ਤੇ ਨਿਊਯਾਰਕ ਤੋਂ, ਸਭ ਜਗ੍ਹਾ ਅਸੀਂ ਜਿੱਥੇ ਗਏ ਆ ਬਹੁਤ ਹੀ ਜ਼ਿਆਦਾ ਮਤਲਬ ਕਿ ਸਾਨੂੰ ਸਹਿਯੋਗ ਮਿਲਿਆ ਸੰਗਤਾਂ ਦਾ। ਅੱਜ ਡਾਕਟਰ ਸਾਹਿਬ ਦੇ ਘਰੇ ਆਏ, ਡਾਕਟਰ ਸਾਹਿਬ ਨੇ 5 ਕਮਰਿਆਂ ਦੀ ਸੇਵਾ, $10,000 ਮਤਲਬ ਕਿ ਇੱਕ ਕਮਰੇ ਦਾ ਆਪਾਂ ਕਿਹਾ ਸੀ ਵੀ $10,000 ਨਾਲ ਇੱਕ ਕਮਰਾ ਕਰ ਸਕਦੇ ਹਾਂ। ਮੈਨੂੰ ਬੜਾ ਮਾਣ ਫਖਰ ਮਹਿਸੂਸ ਹੋ ਰਿਹਾ ਡਾਕਟਰ ਸਾਹਿਬ ਬਾਰੇ ਗੱਲ ਕਰਕੇ। ਡਾਕਟਰ ਹਰਦਮ ਆਜ਼ਾਦ ਵੱਲੋਂ ਅੱਜ 5 ਕਮਰਿਆਂ ਦੀ ਸੇਵਾ ਇਸ ਅਦਾਰੇ ਨੂੰ ਦਿੱਤੀ ਜਾ ਰਹੀ ਹੈ ਔਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ।
ਸਿੱਧੂ ਸਾਹਿਬ ਤੁਸੀਂ ਐਲੈਬੋਰੇਸ਼ਨ ਬਹੁਤ ਸੋਹਣੀ ਦਿੱਤੀ ਹੈ, ਜਿਹੜਾ ਨੰਬਰਸ ਦਿੱਤੇ ਇਹਦੇ ਉੱਤੇ ਮੈਂ ਵੀ ਆਉਂਗਾ ਲੇਟਰ। ਗੱਲ ਕਰ ਲਈਏ ਡਾਕਟਰ ਹਰਦਮ ਸਿੰਘ ਆਜ਼ਾਦ ਦੀ। ਆਜ਼ਾਦ ਸਾਹਿਬ ਮੈਂ ਕੁਐਸਚਨ ਨਹੀਂ ਪੁੱਛੂੰਗਾ ਇਸ ਟਾਈਮ ਕਿਉਂਕਿ ਆਪਣੇ ਬ੍ਰੇਕ ਦਾ ਇੱਕ ਛੋਟੀ ਜਿਹੀ ਬ੍ਰੇਕ ਦਾ ਟਾਈਮ ਹੋ ਚੱਲਿਆ, ਪਰ ਮੈਂ ਜਿਹੜੀਆਂ ਆਰਟਸ ਦੇ ਵਿੱਚੋਂ ਤੁਸੀਂ ਨਿਕਲ ਰਹੇ ਹੋ ਇਸ ਟਾਈਮ, ਉਸ ਤੋਂ ਬਾਅਦ ਵੀ ਤੁਸੀਂ ਖੜੇ ਹੋ, ਚਾਹੇ ਸੰਗਤ ਆਈ ਹੈ ਚਾਹੇ ਕੋਈ ਸੇਵਾਦਾਰ ਆਏ ਹੈ, ਆਪਦੀ ਪੋਜ਼ਿਟਿਵ ਐਟੀਟਿਊਡ ਲੈ ਕੇ, ਆਪਦਾ ਪੋਜ਼ਿਟਿਵਿਟੀ ਇਕੱਲੇ ਆਪਦੇ ਆਪ 'ਚ ਹੀ ਨਹੀਂ, ਤੁਸੀਂ ਸਾਰਿਆਂ ਨੂੰ ਵੀ ਦੇ ਰਹੇ ਹੋ। ਵਧਾਈ ਦੇ ਪਾਤਰ ਹੋ ਤੁਸੀਂ ਦਰਸ਼ਕੋ। ਬਹੁਤ ਸੋਹਣੀ ਡਿਸਕਸ਼ਨ ਜਿਹੜੀ ਅੱਜ ਦੇ ਮੁੱਦੇ ਪ੍ਰੋਗਰਾਮ ਸਪੈਸ਼ਲ ਜਿਹੜੀ ਅਸੀਂ ਕਰ ਰਹੇ ਹਾਂ ਚੱਲ ਰਿਹਾ ਹੈ, ਪਰ ਸਾਨੂੰ ਰੁਕਣਾ ਪੈ ਰਿਹਾ ਕੁਇਕ ਬ੍ਰੇਕ ਲਈ। ਇੱਦਾਂ ਹੀ ਬਣੇ ਰਹੋ ਜਸ ਪੰਜਾਬੀ ਦੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ। ਅੱਜ ਦਾ ਮੁੱਦਾ ਸਪੈਸ਼ਲ ਪ੍ਰੋਗਰਾਮ ਲੈ ਕੇ ਅਸੀਂ ਹਿਊਸਟਨ ਟੈਕਸਸ ਵਿਖੇ ਆਏ ਹੋਏ ਹਾਂ, ਡਾਕਟਰ ਹਰਦਮ ਸਿੰਘ ਆਜ਼ਾਦ ਦੇ ਗ੍ਰਹਿ ਵਿਖੇ। ਜਿੱਦਾਂ ਸਿੱਧੂ ਸਾਹਿਬ ਨੇ ਬ੍ਰੇਕ ਤੋਂ ਪਹਿਲਾਂ ਐਲੈਬੋਰੇਟ ਕੀਤਾ ਸੀਗਾ ਕਿ ਡਾਕਟਰ ਸਾਹਿਬ ਨੇ ਦਿਲ ਖੋਲ ਕੇ ਜਿਹੜੀ ਸੇਵਾ ਆਉਂਦਿਆਂ ਸਾਰ ਕੀਤੀ। 5 ਕਮਰਿਆਂ ਦੀ ਜਿਹੜੀ ਸੇਵਾ ਉਹਨਾਂ ਨੇ ਲੈ ਲਈ, $50,000 ਦਾ ਚੈੱਕ ਰਾਈਟ ਅਵੇ ਦੇ ਦਿੱਤਾ, ਔਰ ਉਸ ਤੋਂ ਬਾਅਦ ਜਿਹੜੀ ਖੁੱਲ੍ਹਦਿਲੀ ਨਾਲ ਸੰਗਤਾਂ ਦੀ ਸੇਵਾ ਕਰ ਰਿਹਾ। ਵਧਾਈ ਦੇ ਪਾਤਰ ਨੇ ਡਾਕਟਰ ਸਾਹਿਬ। ਮੈਨੂੰ ਪਤਾ ਲੱਗਿਆ ਸੀਗਾ ਕਿ ਘਰ ਦੇ ਵਿੱਚ ਕੋਈ ਜਿੱਦਾਂ ਬਿਮਾਰੀ ਠਮਾਰੀ ਦਾ ਵੀ ਚੱਲ ਰਿਹਾ ਆ, ਕੁਝ ਹੋਰ ਵੀ ਪ੍ਰੋਬਲਮਸ ਨੇ, ਪਰ ਤੁਹਾਡਾ ਚਿਹਰਾ ਦੇਖ ਕੇ ਲੱਗਦਾ ਨਹੀਂਗਾ ਜਿਹੜੀ ਪੋਜ਼ਿਟਿਵਿਟੀ ਆ ਉਹ ਤੁਹਾਨੂੰ ਮੋਟੀਵੇਸ਼ਨ ਕਿੱਥੋਂ ਮਿਲਦੀ ਜਿਹੜੀ ਤੁਸੀਂ ਇੰਨਾ ਪੋਜ਼ਿਟਿਵ ਤੁਹਾਡੇ ਚਿਹਰੇ ਤੇ। ਜਿੱਦਾਂ ਇੱਕ ਤਾਂ ਤੁਸੀਂ ਅੰਮ੍ਰਿਤਧਾਰੀ ਸਿੰਘ ਹੋ, ਮੰਨਦਾ ਕਿ ਤੁਸੀਂ ਗੁਰਬਾਣੀ ਨਾਲ ਜੁੜੇ ਹੋਵੋਗੇ, ਪਰ ਇੰਨੀ ਆਰਟਸ ਦੇ ਵਿੱਚੋਂ ਨਿਕਲ ਕੇ ਵੀ ਅੱਜ ਤੁਸੀਂ ਸੰਗਤਾਂ ਦਾ ਸਵਾਗਤ ਵੀ ਕੀਤਾ, ਚਾਹ ਪਾਣੀ ਦਾ ਹਰ ਚੀਜ਼ ਦਾ ਇੰਤਜ਼ਾਮ ਵੀ ਹੈ, ਔਰ ਜਿਹੜੇ ਹਿਸਾਬ ਨਾਲ ਤੁਸੀਂ ਗੱਲ ਕਰ ਰਹੇ ਹੋ ਹਰੇਕ ਬੰਦੇ ਨਾਲ, ਲੱਗਦਾ ਨਹੀਂਗਾ ਕਿ ਫੈਮਿਲੀ ਦੇ ਵਿੱਚ ਇੰਨਾ ਕੁਝ ਹੋਣ ਤੋਂ ਬਾਅਦ ਵੀ ਤੁਹਾਡੇ ਚਿਹਰੇ ਤੇ ਕੋਈ ਸ਼ਿਕਨ ਹੈ। ਇਹ ਜਿਹੜੀ ਮੋਟੀਵੇਸ਼ਨ ਹੈ ਕਿੱਥੋਂ ਮਿਲ ਰਹੀ ਹੈ ਜੀ? ਦੇਖੋ ਜੀ, ਗੁਰੂ ਦੇ ਸ਼ੁਕਰ ਵਿੱਚ ਰਹਿਣਾ ਸਿੱਖ ਦਾ ਮੁੱਢਲਾ ਫਰਜ਼ ਹੈ ਜੀ। ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ ਵੀ ਸਾਨੂੰ ਕਿੰਨਾ ਕੁਝ ਦਿੱਤਾ ਹੈ ਜੀ, ਤੇ ਉਲਾਂਭਾ ਦਿੰਦੇ ਗੁਰੂ ਨੂੰ ਜਿਹੜਾ ਨਹੀਂ ਦਿੱਤਾ। ਅੱਜ ਜੇ ਨਹੀਂ ਦਿੱਤਾ, ਮੇਰੀ ਵਾਈਫ ਪਰਸੋਂ ਦੀ ਹਸਪਤਾਲ ਦੇ ਵਿੱਚ ਹੈ ਜੀ, ਮੇਰੀ ਲੜਕੀ ਨੂੰ ਕੋਵਿਡ ਹੋਇਆ ਹੋਇਆ ਹੈ ਤੇ ਉਹ ਆਈਸੋਲੇਟ ਹੈਗੀ ਹੈ ਗੈਲਵਸਟਨ, ਸਾਡੇ ਕੋਲ ਕੰਡੋਮੀਨੀਅਮ ਉੱਥੇ ਹੈ। ਮੇਰੀ ਪੋਤੀ ਨੇ ਅੱਜ ਸਵੇਰੇ ਕਾਲ ਕੀਤਾ ਤੇ ਕਹਿੰਦੀ ਬਾਬਾ ਮਸਾਂ ਬੋਲ ਸਕਦੀ ਸੀ। ਪਰ ਇਹ ਜ਼ਿੰਦਗੀ ਦੇ ਜੋ ਉਹਦੇ ਭਾਣੇ ਵਿੱਚ ਹੁੰਦਾ ਹੈ, ਜੋ ਵੀ ਹੁੰਦਾ ਹੈ, ਤੇ ਰੋ ਪਿੱਟ ਕੇ ਵੀ ਜ਼ਿੰਦਗੀ ਲੰਘ ਜੂਗੀ ਤੇ ਹੱਸਦਿਆਂ ਵੀ ਲੰਘ ਜੂਗੀ। ਜੀ ਡਾਕਟਰ ਸਾਹਿਬ, ਸਾਨੂੰ ਚੜ੍ਹਦੀ ਕਲਾ ਗੁਰੂ ਸਾਹਿਬ ਨੇ ਬਖਸ਼ੀ ਹੈ ਤੇ ਅਸੀਂ ਸਿੱਖੀ ਦੇ ਵਿੱਚ ਇਹੋ ਕੁਝ ਜੋ ਸਾਨੂੰ ਸਿੱਖੀ ਸਿਖਾਉਂਦੀ ਹੈ ਸਾਨੂੰ ਉਹੀ ਕੁਝ ਕਰਨਾ ਚਾਹੀਦਾ। ਤੇ ਕੋਸ਼ਿਸ਼ ਇਹੀ ਹੈ ਇਸ ਉਮਰ ਦੇ ਵਿੱਚ ਵੀ ਅਸੀਂ ਘੱਟੋਂ ਘੱਟ ਉੱਦਾਂ ਵਰਤਾਰਾ ਰੱਖੀਏ ਤਾਂ ਕਿ ਕਿਸੇ ਵੀ ਵੇਖਣ ਵਾਲੇ ਨੂੰ, ਭਾਵੇਂ ਉਹ ਸਿੱਖ ਹੈ ਤੇ ਭਾਵੇਂ ਨਹੀਂ ਸਿੱਖ, ਉਹਨੂੰ ਇੰਝ ਲੱਗੇ ਵੀ ਸਿੱਖ ਗੁਰੂ ਦੀ ਦਿੱਤੇ ਉੱਤੇ ਸਬਰ ਕਰਦਿਆਂ ਹੋਇਆ ਹਰ ਹਾਲਤ ਵਿੱਚ ਖੁਸ਼ ਹੈ। ਜੀ ਜੀ, ਤੇਰਾ ਭਾਣਾ ਮਿੱਠਾ ਲੱਗੇ। ਸਾਡੇ 5ਵੇਂ ਪਾਤਸ਼ਾਹ ਨੇ ਤੇ ਤਤੀ ਤਵੀ ਤੇ ਬਹਿ ਕੇ ਇਹ ਗੱਲ ਕਹੀ ਸੀ, ਨਾਨਕ ਨਾਮ ਪਦਾਰਥ ਮੰਗੇ ਤਤੀ ਤਵੀ ਤੇ ਕਹਿਣ ਦੇ। ਇਹ ਤੇ ਗੱਲਾਂ ਮਾਮੂਲੀ ਨੇ। ਬਹੁਤ ਸੋਹਣਾ ਤੁਸੀਂ ਕੀਤਾ, ਪਰ ਹਰ ਬੰਦੇ ਦੇ ਵਿੱਚ ਐਡਾ ਜ਼ਹਿਨ ਮਜ਼ਬੂਤ ਹਰ ਬੰਦੇ ਦਾ ਨਹੀਂ ਹੁੰਦਾ। ਇਹ ਮੋਟੀਵੇਸ਼ਨ ਜਾਂ ਤਾਂ ਗੁਰਸਿੱਖੀ ਨਾਲ ਜੁੜਿਆ ਹੋਇਆ ਬੰਦਾ ਕਰ ਸਕਦਾ ਆ। ਬੜੀ ਚੰਗੀ, ਬਹੁਤ ਵੱਡੀ ਜਿਹੜੀ ਆ ਸਹਿਣ ਸ਼ਕਤੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਪੋਜ਼ਿਟਿਵਿਟੀ ਚਾਹੀਦੀ ਆ। ਧੰਨਵਾਦ ਤੁਹਾਡਾ ਹਰ ਚੀਜ਼ ਲਈ। ਡਾਕਟਰ ਸਾਹਿਬ, ਮੈਨੂੰ ਪਤਾ ਲੱਗਿਆ ਸੀਗਾ, ਮੈਂ ਇੱਕ ਕੁਐਸਚਨ ਤੁਹਾਡੇ ਤੋਂ ਹੋਰ ਲਊਂਗਾ ਆਨਸਰ ਤੇ ਉਸ ਤੋਂ ਬਾਅਦ ਸਿੱਧੂ ਸਾਹਿਬ ਵੱਲ ਚੱਲਦੇ ਹਾਂ। ਡਾਕਟਰ ਸਾਹਿਬ, ਜੋ ਮੈਂ ਤੁਹਾਡੇ ਬੈਕਗਰਾਊਂਡ ਬਾਰੇ ਪੜ੍ਹਿਆ, ਤੁਸੀਂ ਵੀ ਡਾਕਟਰ ਆ, ਤੁਹਾਡੇ ਬੱਚੀਆਂ ਵੀ ਮੈਡੀਕਲ ਫੀਲਡ ਹੈ ਔਰ ਇੱਕ ਗ੍ਰੈਂਡ ਡਾਟਰ ਵੀ ਉਸੇ ਪਾਸੇ ਜਾ ਰਹੀ ਹੈ। ਪਰਮਾਤਮਾ ਨੇ ਦਿੱਤਾ ਬਹੁਤ ਕੁਛ ਹੈ ਤੁਹਾਨੂੰ, ਪਰ ਇੱਕ ਗੱਲ ਦੱਸੋ ਕਿ ਇਸ ਸਭ ਚੀਜ਼ ਦੇ ਬਾਵਜੂਦ ਤੁਸੀਂ ਸਿੱਖੀ ਵੱਲੋਂ, ਤੁਸੀਂ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ ਹੋ, ਸਿੱਖੀ ਵੱਲ ਤੁਹਾਡਾ ਰੁਝਾਨ ਬਹੁਤ ਹੈ, ਸੇਵਾ ਵੱਲ ਤੁਹਾਡਾ ਰੁਝਾਨ ਬਹੁਤ ਹੈ, ਬੜੂ ਸਾਹਿਬ ਹੋਵੇ ਜਾਂ ਕੋਈ ਹੋਰ ਪਾਸੇ ਹੋਵੇ। ਇਹ ਜਿਹੜਾ ਰੁਝਾਨ ਹੈ, ਇੰਨੀ ਐਜੂਕੇਸ਼ਨ ਤੋਂ ਬਾਅਦ ਬੰਦਾ, ਔਰ ਖਾਸ ਕਰਕੇ ਫੈਮਿਲੀ 'ਚ ਇਸਟੈਬਲਿਸ਼ਮੈਂਟ ਬਹੁਤ ਵਧੀਆ ਹੋ ਜਾਏ ਤਾਂ ਬੰਦਾ ਕਹਿੰਦਾ ਕਿ ਮੇਰੀ ਤਾਂ ਬਹਿਣੀ ਉੱਠਣੀ ਬਹੁਤ ਉੱਚੀ ਆ। ਤੇ ਉੱਪਰ ਸਿੱਖੀ ਵੱਲ ਨੂੰ ਟਰਨ ਕਿੱਦਾਂ ਹੋਇਆ ਤੁਹਾਡਾ ਜਿਹੜਾ ਸਾਰਾ ਪਰਿਵਾਰ? ਦੇਖੋ, ਗੁਰੂ ਦੀ ਬਖਸ਼ਿਸ਼ ਜਦੋਂ ਹੁੰਦੀ ਹੈ ਉਦੋਂ ਹੀ ਬੰਦੇ ਦੇ ਵਿੱਚ ਇਹ ਸੋਚ ਆਉਂਦੀ ਹੈ। ਮੈਂ ਤੇ ਆਪਣੀ ਗੱਲ ਕਰਾਂ, ਮੇਰੇ ਵਿੱਚ ਵੀ ਘਮੰਡ ਸੀ, ਮੇਰੇ ਵਿੱਚ ਵੀ ਸੀ ਮੈਂ ਆਹ ਕੁਝ ਕਰ ਲਿਆ ਜੀ। ਬਥੇਰੇ PhD ਹੈਗੇ ਆ, ਬਥੇਰਿਆਂ ਕੋਲ ਪੈਸੇ ਹੈਗੇ ਆ, ਬਥੇਰਿਆਂ ਕੋਲ ਬਹੁਤ, ਪਰ ਸਾਰਿਆਂ ਨੂੰ ਉਹ ਫਲ ਨਹੀਂ ਮਿਲਦਾ ਜੋ ਮੈਨੂੰ ਗੁਰੂ ਨੇ ਮੇਰੀ ਝੋਲੀ 'ਚ ਪਾਇਆ ਜੀ। ਤੇ ਉਸ ਦਾ ਸ਼ੁਕਰਾਨਾ ਕਰਨਾ ਮੇਰਾ ਮੁੱਢਲਾ ਫਰਜ਼ ਬਣਦਾ।
ਤੇ ਉਹ ਸ਼ੁਕਰਾਨੇ ਦੇ ਵਿੱਚ ਮੈਨੂੰ ਤੇ ਮਹਿਸੂਸ ਹੁੰਦਾ ਹੈ ਕਿ ਮੈਂ ਸੱਚੀ ਗੱਲ ਹੁਣ ਫੜ ਨਹੀਂ ਮਾਰ, ਤੁਸੀਂ ਦੱਸ ਦਿੱਤਾ ਵੀ ਚਲ ਠੀਕ ਹੈ 5 ਕਮਰਿਆਂ ਦੀ ਸੇਵਾ ਕੀਤੀ ਹੈ। ਮੈਂ ਨਹੀਂ ਕੀਤੀ, ਗੁਰੂ ਨੇ ਕਰਵਾਈ ਹੈ ਜੀ। ਜੇ ਮੇਰੇ ਕੋਲ ਹੁੰਦਾ ਹੀ, ਗੁਰੂ ਨੇ ਦਿੱਤਾ ਹੀ ਨਾ ਕੁਝ ਹੁੰਦਾ, ਤਾਂ ਮੈਂ ਕਿੱਥੋਂ ਦੇ ਸਕਦਾ ਸੀ। ਮੇਰੇ ਮਨ ਦੇ ਵਿੱਚ, ਮੇਰਾ ਮਨ ਵੀ ਹਰਾਮੀ ਹੈ, ਕਦੇ ਕਦਾਈ ਮਾਨ ਆਉਂਦਾ ਹੈ ਵੀ ਤੂੰ ਭਲੇ ਮਾਨਸਾ ਵੀ ਹੋਰ ਲੋਕੀ ਨਹੀਂ ਦਿੰਦੇ ਤੈਨੂੰ, ਕੋਈ ਬਹੁਤਾ ਲੋਕੀ ਇਹ ਵੀ ਗੱਲਾਂ ਕਰਨਗੇ ਜੀ ਹਾਂ ਜੀ ਇਹਦੀ ਹਉਮੈ ਬਹੁਤ ਵੱਡੀ ਹੈ, ਹਉਮੈ ਨੂੰ ਪੱਠੇ ਪਾਉਂਦੇ। ਇਹ ਗੱਲ ਨਹੀਂ, ਗੁਰੂ ਦੇ ਦਿੱਤੇ ਦਾ ਸ਼ੁਕਰ ਕਰਨਾ ਮੁੱਢਲਾ ਸਾਡਾ ਫਰਜ਼ ਵੀ ਹੈ ਤੇ ਸਾਡੇ ਇੱਕ ਮੌਕਾ ਵੀ ਹੈ। ਉਹਦੇ ਨਾਲ ਸਾਡੇ ਵਿੱਚ ਜੋ ਅੰਦਰੋਂ ਭਾਵਨਾਵਾਂ ਜਾਗਦੀਆਂ, ਉਹਦੇ ਨਾਲ ਗੁਰੂ ਤੋਂ ਹੋਰ ਪ੍ਰਾਪਤੀ ਕਰਨ ਦਾ ਵੀ ਰਾਹ ਖੁੱਲ੍ਹ ਜਾਂਦਾ। ਜੀ ਜੀ, ਤੁਸੀਂ ਆਪ ਬਹੁਤ ਸੋਹਣੀ ਗੱਲ ਕਹੀ ਡਾਕਟਰ ਸਾਹਿਬ, ਗੁਰੂ ਤੋਂ ਹੋਰ ਪ੍ਰਾਪਤ ਕਰਨ ਦਾ ਰਾਹ ਖੁੱਲ੍ਹ ਜਾਂਦਾ। ਮੈਂ ਤੁਹਾਨੂੰ ਹੁਣੀ ਗੱਲ ਕਰਦੇ ਸੁਣਿਆ ਸੀਗਾ ਕਿ ਬਹੁਤ ਕਮਾਈ ਕਰਨ ਤੋਂ ਬਾਅਦ ਵੀ ਮੈਂ ਇਸ ਫਲਸਫੇ ਤੇ ਗੁਰੂ ਨਾਨਕ ਸਾਹਿਬ ਜੀ ਤੇ ਖੜਾ ਆ ਕਿ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਇੰਨੀ ਵੱਡੀ ਐਸਟੈਬਲਿਸ਼ਮੈਂਟ ਤੋਂ ਬਾਅਦ ਤੁਸੀਂ ਉਸ ਜਿਹੜਾ ਮੇਨ ਫਲਸਫਾ ਜਿਹੜੇ ਪਹਿਲੇ ਗੁਰੂ ਸਾਹਿਬ ਆਪਾਂ ਨੂੰ ਦੇ ਗਏ ਹੈ ਉੱਤੇ ਖੜੇ ਹੋ। ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਤੁਹਾਡੀ ਜਿਹੜੀ ਸ਼ਖਸੀਅਤ ਆ ਉਹਨੂੰ ਸਲਾਮ ਕਰਨਾ ਬਣਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜੀ ਸੇਵਾ ਵੀ ਕਰ ਰਹੇ ਹੋ, ਉਸ ਤੋਂ ਬਾਅਦ ਉਸ ਤੋਂ ਵੱਡੀ ਜਿਹੜੀ ਪ੍ਰਾਪਤੀ ਤੁਹਾਡੀ ਹੈ ਕਿ ਪੋਜ਼ਿਟਿਵਿਟੀ ਜਿਹੜੀ ਡਿਸਟ੍ਰੀਬਿਊਟ ਕਰ ਰਹੇ ਆ ਲੋਕਾਂ ਦੇ ਵਿੱਚ। ਸਿੱਧੂ ਸਾਹਿਬ, ਮੈਂ ਦਰਸ਼ਕਾਂ ਨੂੰ ਕਲੀਅਰ ਕਰਦਾ ਕਿ ਜਿਹੜੀ ਲਾਗਤ ਹੈ ਇੱਕ ਕਮਰੇ ਦੀ $10,000 ਹੈ, ਤੇ ਜੇ ਇੱਕ ਬੱਚਾ ਗੋਦ ਲੈਣਾ ਹੋਵੇ ਇੱਕ ਸਾਲ ਦੀ ਜਿਹੜੀ ਕੀਮਤ ਹੈ $500 ਹੈ। ਸਿਰਫ ਇੱਕ ਬੱਚਾ ਗੋਦ ਲੈ ਕੇ ਜੇ ਪੜ੍ਹਾਉਣਾ ਹੋਵੇ ਅਦਾਰਾ ਬੜੂ ਸਾਹਿਬ ਵਿਖੇ ਤਾਂ ਇੱਕ ਬੱਚੇ ਦੀ ਜਿਹੜੀ ਆਪਣੀ ਜਿਹੜੀ ਲਾਗਤ ਹੈ ਸਿਰਫ $500 ਹੈ। ਦਰਸ਼ਕੋ, ਆਪਣਾ ਵੀ ਫਰਜ਼ ਬਣਦਾ ਹੈ ਕਿਤੇ ਨਾ ਕਿਤੇ ਆਪਾਂ, ਮੈਂ ਜ਼ਿਕਰ ਕਰਦਾ ਹੁੰਦਾ ਕੋਈ ਤਿਲ ਦੀ ਸੇਵਾ ਕਰਦਾ ਤੇ ਕੋਈ ਫੁੱਲ ਦੀ, ਜੋ ਤਿਲ ਫੁੱਲ ਇਕੱਠੇ ਹੁੰਦੇ ਤਾਂ ਬਹੁਤ ਵੱਡਾ ਸਹਿਯੋਗ ਅਦਾਰਿਆਂ ਨੂੰ ਮਿਲ ਜਾਂਦਾ ਹੈ। $500 ਜੇ ਇੱਕ ਸਾਈਟੇਸ਼ਨ ਮਿਲ ਜੇ ਤਾਂ ਆਪਣਾ ਲੱਗ ਜਾਂਦਾ ਬੜੇ ਆਰਾਮ ਨਾਲ, ਤੇ ਉੱਥੇ ਇੱਕ ਬੱਚੇ ਦੀ ਜ਼ਿੰਦਗੀ ਸਵਰ ਜਾਏਗੀ। ਸਿੱਧੂ ਸਾਹਿਬ, ਤੁਸੀਂ ਹੁਣੀ ਗੱਲ ਕੀਤੀ ਸੀਗੀ ਕਿ 100 ਕਮਰਿਆਂ ਦੀ ਸੇਵਾ ਤੁਸੀਂ ਸੰਗਤਾਂ ਵੱਲੋਂ ਓਟੀ ਹੋਈ ਹੈ। ਸੇਵਾ ਬੜੀ ਹਮਾ ਕੇ ਹੋ ਰਹੀ ਹੈ। $10,000 ਪ੍ਰਤੀ ਕਮਰਾ ਸੇਵਾ। ਜੇ ਕਿਸੇ ਹੋਰ ਮੇਰੇ ਵੀਰ ਭੈਣ ਨੇ ਕਰਨੀ ਹੋਵੇ ਤਾਂ ਭੈਣ ਰਵੀਦੀਪ ਕੌਰ ਮੁਕਤਾ, ਸਰਦਾਰ ਜਸਪਾਲ ਸਿੰਘ ਸਿੱਧੂ, ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਹੀ ਰਿਹਾ, ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ। ਸਿੱਧੂ ਸਾਹਿਬ, ਆਪਾਂ ਕਿੱਥੇ ਕੁ ਪਹੁੰਚੇ 100 ਕਮਰਿਆਂ ਦੀ ਸੇਵਾ ਜਿਹੜੀ ਲਈ ਹੈ, ਉੱਥੇ ਆਪਣੀ ਅਚੀਵਮੈਂਟ ਕਿੱਥੇ ਤੱਕ ਪਹੁੰਚੀ ਹੈ? ਐਗਜ਼ੈਕਟ ਤਾਂ ਮੁਕਤਾ ਭੈਣ ਜੀ ਨੂੰ ਕੋਲੇ ਹੁੰਦਾ ਸਾਰਾ ਹਿਸਾਬ ਕਿਤਾਬ ਜੀ, ਪਰ ਮੈਂ ਕਿਉਂਕਿ ਕਾਫੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਨਾਲ ਹੀ ਵਿਚਰ ਰਿਹਾ ਜੀ, ਜਿੱਥੋਂ ਤੱਕ ਮੇਰਾ ਰਫ ਆਈਡੀਆ ਹੈਗਾ, ਅਸੀਂ ਮੋਰ ਦੈਨ ਮਤਲਬ ਕਿ 40 ਰੂਮਸ ਸਾਡੇ ਕੋਲ ਹੋ ਚੁੱਕੇ ਨੇ ਜੀ। ਸੋ ਬੜੀ ਵੱਡੀ ਗੱਲ ਹੈਗੀ ਆ, ਬੜਾ ਵੱਡਾ ਯੋਗਦਾਨ ਹੈਗਾ ਸੰਗਤਾਂ ਦਾ। ਪਰ ਹੋ ਸਕਦਾ ਮੁਕਤਾ ਭੈਣ ਜੀ ਸਾਰੀ ਤੁਹਾਨੂੰ ਐਗਜ਼ੈਕਟ ਵੀ ਦੱਸ ਦੇਣ, ਮੇਰਾ ਹੋ ਸਕਦਾ ਮੈਥ ਇਹਦੇ ਵਿੱਚ ਗਲਤ ਹੋਵੇ। ਪਰ ਇੱਕ ਚੀਜ਼ ਮੈਂ, ਜਿੱਦਾਂ ਭਾਈ ਸਾਹਿਬ ਨੇ ਸੇਵਾ ਦੀ ਗੱਲ ਕੀਤੀ, ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਵੀ ਗੁਰੂ ਸਾਹਿਬ ਨੇ ਸਾਨੂੰ ਸੇਵਾ ਦੇ ਤਰੀਕੇ ਦੇ ਨਾਲ ਰਾਹ ਦੱਸਿਆ। ਦੁਨੀਆ ਦੇ ਵਿੱਚ ਮਹਾਰਾਜ ਕਹਿੰਦੇ ਵਿੱਚ ਦੁਨੀਆ ਸੇਵ ਘੁਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ। ਸੇਵਾ ਦੇ ਨਾਲ ਦਰਗਾਹ ਦੇ ਰਸਤੇ ਖੁੱਲ੍ਹ ਜਾਂਦੇ ਨੇ। ਕਹੋ ਨਾਨਕ ਬਾਂਹ ਲੜਾਈ ਹੈ। ਸੋ ਇਸ ਕਰਕੇ ਆਪਾਂ ਜੇ ਸਾਰੇ ਇਸ ਸੇਵਾ, ਕਿਸੇ ਵੀ ਸੇਵਾ ਦੇ ਵਿੱਚ, ਕਿਉਂਕਿ ਸੇਵਾ ਦੇ ਨਾਲ ਮਨ ਨੀਵਾਂ ਹੁੰਦਾ, ਨਿਰਮਲ ਹੁੰਦਾ, ਫਿਰ ਨਿਰਮਲ ਮਨ ਦੇ ਵਿੱਚ ਫਿਰ ਪਰਮਾਤਮਾ ਦਾ ਨਾਮ ਟਿਕ ਸਕਦਾ ਹੈ। ਸੋ ਇਹ ਇੱਕ ਤਰੀਕਾ ਮਹਾਰਾਜ ਨੇ ਦੱਸਿਆ ਸੇਵਾ ਕਰਨ ਦਾ। ਚਾਹੇ ਆਪਾਂ ਜੋੜੇ ਝਾੜਨ ਦੀ ਸੇਵਾ ਕਰਦੇ ਹਾਂ, ਚਾਹੇ ਲੰਗਰਾਂ ਦੀ ਸੇਵਾ ਕਰਦੇ ਹਾਂ, ਚਾਹੇ ਇਹ ਹੁਣ ਜਿਵੇਂ ਕਮਰੇ ਬਣਾਉਣ ਦੀ ਸੇਵਾ ਹੈ, ਜਾਂ ਬੱਚਿਆਂ ਨੂੰ ਅਡਾਪਟ ਕਰਨ ਦੀ ਸੇਵਾ ਹੈ, ਜਾਂ ਹੋਰ ਕੋਈ ਡੀ ਐਡਿਕਸ਼ਨ ਸੈਂਟਰ ਦੀ ਕੋਈ ਸੇਵਾ ਕਰਨ, ਜਿਸ ਤਰ੍ਹਾਂ ਜਾਂ ਕਿਸੇ ਤਰੀਕੇ ਦੀ ਵੀ ਸੇਵਾ ਜਿੱਥੇ ਵੀ ਕਰ ਸਕਦੇ ਹਾਂ ਆਪਾਂ, ਸਾਰਿਆਂ ਨੂੰ ਆਪਾਂ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸੇਵਾ ਗੁਰੂ ਨਾਨਕ ਪਾਤਸ਼ਾਹ ਦੱਸਿਆ ਹੋਇਆ ਸਾਨੂੰ ਰਾਹ ਹੈ, ਬਖਸ਼ਿਆ ਹੋਇਆ ਰਾਹ ਹੈ। ਸੋ ਸਭ ਤੁਸੀਂ ਆ ਸੇਵਾ ਬਾਰੇ ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ। ਦਰਸ਼ਕੋ, ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਸੇਵਾ ਭਾਵਨਾ ਦੇਖੀ ਹੋਣੀ ਹੈ। ਉਹ ਇਕੱਲੀ ਸੇਵਾ ਭਾਵਨਾ ਇੱਕ ਸਿੱਖ ਕੌਮ ਦੀ ਸੀ, ਤਾਂ ਉੱਥੋਂ ਸੇਧ ਲੈ ਕੇ ਅੱਜ ਹਾਲਾਤ ਹਰਿਆਣਾ ਤੇ ਰਾਜਸਥਾਨ ਤੇ ਯੂਪੀ 'ਚ ਚਲੇ ਜਾਓ, ਉਹਨਾਂ ਲੋਕਾਂ ਨੇ ਵੀ ਉਹ ਲੰਗਰ ਦੀ ਪ੍ਰਥਾ ਤੇ ਇੱਕ ਦੂਜੇ ਦੀ ਸੇਵਾ ਜਿਹੜੀ ਕਰਨੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਕਿਤੇ ਨਾ ਕਿਤੇ ਸਿੱਖ ਕੌਮ ਦੀ ਪ੍ਰਾਪਤੀ ਹੈ ਕਿ ਅਸੀਂ ਧਰਮ, ਜਾਤ ਪਾਤ, ਏਰੀਏ ਦੇ ਜਿਹੜੀ ਸੋਚਣੀ ਉਹ ਤੋਂ ਉੱਪਰ ਉੱਠ ਕੇ ਆਪਾਂ ਕੁਛ ਨਾ ਕੁਛ ਆਪਦੇ ਪਿੱਛੇ ਛੱਡ ਕੇ ਆਏ ਹਾਂ। ਉੱਥੇ ਅੰਦੋਲਨ ਖਤਮ ਹੋਣ ਤੋਂ ਬਾਅਦ ਵੀ ਕਿ ਲੋਕ ਆਪਣੇ ਤੋਂ ਸਿੱਖ ਰਹੇ ਨੇ। ਬਹੁਤ ਸੋਹਣਾ ਇਹਨਾਂ ਨੇ ਐਲੈਬੋਰੇਟ ਕੀਤਾ ਕਿ ਐਗਜ਼ੈਕਟ ਅਮਾਊਂਟ ਜਾਂ ਐਗਜ਼ੈਕਟ ਕਮਰਿਆਂ ਦੀ ਕਿੰਨੀ ਸੇਵਾ ਹੋ ਗਈ ਹੈ ਤੇ ਕਿੰਨੇ ਦੀ ਬਾਕੀ ਭੈਣ ਰਵੀਦੀਪ ਕੌਰ ਮੁਕਤਾ ਦੱਸਣਗੇ ਆਪਾਂ ਨੂੰ ਅਗਲੇ ਸੈਗਮੈਂਟਾਂ ਦੇ ਵਿੱਚ। ਮੈਂ ਤੁਹਾਨੂੰ ਦੱਸ ਦੇਵਾਂ ਕਿ ਅਦਾਰਾ ਕਲਗੀਧਰ ਟਰਸਟ ਬੜੂ ਸਾਹਿਬ ਵੱਲੋਂ 28 ਬੱਚੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋਏ ਸੀਗੇ,
ਉਹਨਾਂ ਦੇ 28 ਅੱਡ-ਅੱਡ ਪਰਿਵਾਰਾਂ ਚੋਂ 28 ਬੱਚੇ ਲਾਈਫ ਟਾਈਮ ਲਈ ਉਹਨਾਂ ਦੀ ਐਜੂਕੇਸ਼ਨ ਦੀ ਜਿੰਨੀ ਐਜੂਕੇਸ਼ਨ ਬਾਕੀ ਰਹਿੰਦੀ ਹੈ ਉਹ ਗੋਦ ਲੈ ਲਏ ਗਏ ਨੇ। ਅਗੇਨ $500 ਹੀ ਹੈ 1 ਸਾਲ ਦੀ ਫੀਸ। ਜੇ ਆਪਾਂ ਕਿਸੇ ਨੇ ਸੇਵਾ ਕਰਨੀ ਹੋਵੇ ਤਾਂ ਜ਼ਰੂਰ ਆਪਦਾ ਵੱਧ ਚੜ੍ਹ ਕੇ ਹਿੱਸਾ ਪਾਇਓ, ਕਿਉਂਕਿ ਅਖੀਰ ਦੇ ਵਿੱਚ ਜਿਹੜਾ ਬਿਜ਼ਨਸ ਕਰਦੇ ਆ ਜਾਂ ਆਪਣੇ ਕੋਲ ਐਜੂਕੇਸ਼ਨ ਹੈ ਉਹ ਇਸ ਦੁਨੀਆ 'ਤੇ ਰਹਿ ਜਾਂਦੀ ਹੈ। ਜਿਹੜੀ ਸੇਵਾ ਆ ਉਹ ਭਾਈ ਸਾਹਿਬ ਨੇ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ ਦਰਗਾਹ ਤੱਕ ਜਾਂਦੀ ਹੈ। ਇਹਦੇ ਉੱਤੇ ਆਪਾਂ ਡੀ ਐਡਿਕਸ਼ਨ ਸੈਂਟਰ ਬਾਰੇ ਵੀ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਉਸ ਤੋਂ ਬਾਅਦ ਰਾਜਨੀਤਿਕ ਕਈ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਆਪਾਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਸੇਵਾ ਭਾਵਨਾ ਦੇ ਵਿੱਚ ਹੀ ਕਈ ਬੰਦੇ ਇੱਦਾਂ ਦੇ ਆ ਜਾਂਦੇ, ਆਪਾਂ ਉਹਨਾਂ ਤੋਂ ਦੂਰ ਰਵਾਂਗੇ। ਪਰ ਗੱਲ ਇਹ ਕਰਾਂਗੇ ਕਿ ਬੜੂ ਸਾਹਿਬ ਵੱਲੋਂ ਜਿਹੜੇ ਡੀ ਐਡਿਕਸ਼ਨ ਸੈਂਟਰ ਚੱਲ ਰਹੇ ਤੇ ਉਸ ਤੋਂ ਬਾਅਦ ਜਿਹੜਾ ਐਜੂਕੇਸ਼ਨ ਦਾ ਲੈਵਲ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਦਰਸ਼ਕੋ ਤਾਂ ਇਹ ਅਦਾਰਾ ਆਉਣ ਵਾਲੇ 5, 7 ਜਾਂ 10 ਸਾਲਾਂ ਦੇ ਵਿੱਚ ਪੰਜਾਬ ਦੀ ਨੁਹਾਰ ਬਦਲੇਗਾ। ਇਹ ਸਾਰੀਆਂ ਚੀਜ਼ਾਂ ਦੇ ਆਪਾਂ ਅਸਰ ਜ਼ਰੂਰ ਲਵਾਂਗੇ, ਪਰ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ। ਅੱਜ ਦਾ ਮੁੱਦਾ ਦੇ ਵਿੱਚ ਅਸੀਂ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹਿਊਸਟਨ ਟੈਕਸਸ ਵਿਖੇ। ਸੇਵਾ ਦੇ ਪੁੰਜ ਸੇਵਾਦਾਰ ਡਾਕਟਰ ਹਰਦਮ ਸਿੰਘ ਆਜ਼ਾਦ। ਦਰਸ਼ਕੋ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ, ਪਰ ਜਦੋਂ ਅਸੀਂ ਪ੍ਰੈਕਟੀਕੈਲਿਟੀ 'ਤੇ ਗੱਲ ਆਉਂਦੀ ਹੈ ਉਦੋਂ ਬਹੁਤ ਆਪਣੀ ਬੰਦੇ ਦੀ ਜਿਹੜੀ ਨੀਅਤ ਹੈ ਉੱਥੇ ਉਹ ਵੀ ਕਿਤੇ ਨਾ ਕਿਤੇ ਡਗਮਗਾਉਣ ਲੱਗ ਜਾਂਦੀ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਆਪਦੀ ਹਾਰਡ ਅਰਨਡ ਮਨੀ ਸੇਵਾ ਦੇ ਵਿੱਚ ਲਾਈਏ। ਅੱਜ ਡਾਕਟਰ ਸਾਹਿਬ ਨੇ ਬਹੁਤ ਵੱਡੀ ਸੇਵਾ ਕੀਤੀ ਹੈ। ਇੰਨੀ ਆਰਟਸ ਦੇ ਵਿੱਚੋਂ ਨਿਕਲ ਕੇ ਪਰਿਵਾਰ ਦੇ ਵਿੱਚ ਇੰਨਾ ਕੁਛ ਹੋ ਜਾਣ ਤੋਂ ਬਾਅਦ ਵੀ ਬਹੁਤ ਸੋਹਣਾ ਲੋਕਾਂ ਨਾਲ ਬਿਹੇਵੀਅਰ ਅਤੇ ਪੋਜ਼ੀਟਿਵਿਟੀ ਬਣ ਰਿਹਾ। ਦੇਖੋ ਗਾਤਰਾ ਸਾਹਿਬ ਦਿਖ ਰਿਹਾ। ਅਤੇ ਮੈਂ ਇਹਨਾਂ ਨੂੰ ਪੁੱਛੂੰਗਾ ਕਿ ਇਹ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਨਾਲੇ ਮੈਂ ਇੱਕ ਨਵੇਂ ਪੈਨਲਿਸਟ ਸਾਡੇ ਨਾਲ ਜੁੜ ਗਏ ਨੇ ਜਿਹੜੇ ਸੇਵਾਦਾਰ ਨੇ ਇੱਥੋਂ ਅਮਰੀਕਾ ਦੇ ਵਿੱਚ, ਭੈਣ ਰਵੀਦੀਪ ਕੌਰ ਮੁਕਤਾ, ਉਹਨਾਂ ਦਾ ਸਵਾਗਤ ਕਰਦੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਵਾਗਤ। ਭੈਣ ਜੀ ਤੁਹਾਡੇ 'ਤੇ ਮੈਂ ਆਉਣਾ ਆ। ਪਹਿਲਾਂ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ ਕਿ ਡਾਕਟਰ ਸਾਹਿਬ ਜਿੱਥੋਂ ਤੁਸੀਂ ਦੱਸਿਆ ਬਿਲੋਂਗ ਕਰਦੇ ਹੋ ਅਬੋਹਰ, ਉਹ ਜਿਹੜਾ ਏਰੀਆ ਬਹੁਤ ਪਿਛੜਿਆ ਹੋਇਆ ਏਰੀਆ ਸੀਗਾ, ਠੀਕ ਹੈ, ਪਰ ਤੁਸੀਂ ਉੱਥੋਂ ਉੱਠ ਕੇ ਡੇਡੀਆਂ ਮੱਲਾਂ ਮਾਰ ਰਹੀਆਂ, ਉਸ ਤੋਂ ਬਾਅਦ ਸੇਵਾ ਦੇ ਵਿੱਚ ਜੁੜੇ ਹੋਏ ਹੋ। ਇਹਦਾ ਮਤਲਬ ਕਿਤੇ ਨਾ ਕਿਤੇ ਗੁਰਸਿੱਖੀ ਦਾ ਜੀਵਨ ਤੁਹਾਡੇ ਮਾਂ-ਬਾਪ ਜਾਂ ਜੁੜੇ ਹੋਣਗੇ, ਉਹਨਾਂ ਦਾ ਵਿਜ਼ਨ ਹੋਏਗਾ ਕਿ ਸਾਡਾ ਬੱਚਾ ਇੱਥੇ ਤੱਕ ਜਾਏਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਇੱਥੇ ਤੱਕ ਜਾਣਗੀਆਂ। ਉਹੀ ਵਿਜ਼ਨ ਲੈ ਕੇ ਸੰਤ ਇਕਬਾਲ ਸਿੰਘ ਜੀ ਜਾਂ ਡਾਕਟਰ ਖੇਮ ਸਿੰਘ ਜੀ ਜਿਹੜੇ ਉਹ ਲੈ ਕੇ ਚੱਲੇ ਹੋਣਗੇ। ਅਦਾਰਾ ਵੱਡੇ ਤੋਂ ਵੱਡੇ ਕੰਮ ਵੀ ਕਰ ਰਿਹਾ। 129 ਸਕੂਲ, 3 ਯੂਨੀਵਰਸਿਟੀਆਂ ਹੋਰ ਅਕੈਡਮੀਜ਼ ਚੱਲ ਰਹੀਆਂ ਨੇ। ਤੁਸੀਂ ਸੋ ਫਾਰ ਦੇਖ ਰਹੇ ਹੋ ਕਿ ਜੇ ਇਸੇ ਹਿਸਾਬ ਨਾਲ ਚੱਲਦਾ ਗਿਆ ਤਾਂ ਪੰਜਾਬ ਦੇ ਬੱਚਿਆਂ ਦਾ ਕਿਤੇ ਨਾ ਕਿਤੇ ਜਿਹੜੇ ਹਾਲਾਤ ਬਣੇ ਹੋਏ ਸੀ ਸੁਧਾਰ ਹੋਇਆ ਸੋ ਫਾਰ, ਜਾਂ ਆਉਣ ਵਾਲੇ 5-7 ਸਾਲਾਂ ਤੱਕ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਵਾਈਜ਼ ਜਾਂ ਹੋਰ ਤੁਸੀਂ ਕਿੱਥੇ ਦੇਖਦੇ ਹੋ? ਦੇਖੋ ਜੀ, ਅਸੀਂ ਢਹਿੰਦੀ ਕਲਾ ਦੀਆਂ ਗੱਲਾਂ ਸੁਣ ਕੇ ਕਈ ਵਾਰੀ ਢਹਿੰਦੀ ਕਲਾ ਵਿੱਚ ਜਾ ਰਹਿੰਦੇ ਹਾਂ ਜੀ, ਪਰ ਕਿਸਾਨ ਮੋਰਚੇ ਨੇ ਸਬੂਤ ਕਰ ਦਿੱਤਾ ਹੈ ਕਿ ਸਿੱਖੀ ਸਿਧਾਂਤ ਅਜੇ ਪੂਰੇ ਜ਼ੋਰਾਂ ਸ਼ੋਰਾਂ ਵਿੱਚ ਹੈਗਾ ਜੀ। ਜੋ ਪਿਛਲੇ ਵਾਕਿਆਤ ਹੋਏ ਨੇ ਉਹਨਾਂ ਵਿੱਚ ਸ਼ਹਾਦਤ ਤੋਂ ਲੈ ਕੇ ਹੋਰ ਸੇਵਾ ਦੇ ਮਾਦੇ ਸਭ ਜਗਤ ਨੇ ਵੇਖੇ ਆ ਜੀ। ਅਤੇ ਉਹਦੇ ਨਾਲ ਮੇਰੇ ਵਰਗੇ ਨੂੰ ਵੀ ਉਤਸ਼ਾਹ ਮਿਲਦਾ ਰਹਿੰਦਾ ਹੈ। ਮੇਰੀ ਪਿਛੋਕੜ ਦੇ ਵਿੱਚ ਮੇਰੇ ਪਿਤਾ ਜੀ ਨੂੰ ਕਹਿੰਦੇ ਸੀ ਇਹ ਲੀਡਰ ਹੈ ਜੀ। ਜਦੋਂ ਮੈਂ ਛੋਟਾ ਹੁੰਦਾ ਸੀ ਮੈਨੂੰ ਨਹੀਂ ਸੀ ਪਤਾ ਲੀਡਰ ਕਾਹਦੇ ਵਾਸਤੇ ਕਹਿੰਦੇ, ਕਾਹਦਾ ਲੀਡਰ ਹੈ। ਉਹ ਤੀਜੇ ਇੱਕ ਦਿਨ ਜੇਲ੍ਹ ਜਾਂਦੇ ਸੀ, ਮਾਸਟਰ ਤਾਰਾ ਸਿੰਘ ਨੇ ਕਹਿਣਾ ਸਿੰਘੋ ਮੋਰਚਾ ਲੱਗਾ ਜੇਲ੍ਹਾਂ ਭਰੋ, ਅਤੇ ਉਹ ਮੈਨੂੰ ਨਹੀਂ ਸੀ ਪਤਾ ਵੀ ਕਾਹਦੇ ਵਾਸਤੇ ਜੇਲ੍ਹ ਜਾਂਦੇ ਸੀ। ਬਟ ਸੋ ਦੇਰ ਇਜ਼ ਏ ਬੈਕਗਰਾਊਂਡ ਇਨ ਮੈਨੀ ਆਫ ਦੀ ਸਰੋਤੇ ਜੋ ਤੁਸੀਂ ਜਸ ਪੰਜਾਬੀ ਦੇ ਸਰੋਤੇ ਸੁਣ ਰਹੇ ਨੇ, ਤੁਹਾਡੀਆਂ ਪਿਛੋਕੜਾਂ ਦੇ ਵਿੱਚ ਵੀ ਜ਼ਰੂਰ ਕਿਤੇ ਨਾ ਕਿਤੇ ਸਿੱਖੀ ਦਾ ਕਿਣਕਾ ਹੈਗਾ ਜੀ। ਨਹੀਂ ਤੁਸੀਂ ਇਸ ਪਾਸੇ ਧਿਆਨ ਹੀ ਨਹੀਂ ਸੀ ਦੇਣਾ। ਇਹ ਕਦੋਂ ਜਾਗੂਗਾ? ਇਹ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਜਗਾ ਲਓਗੇ ਜਾਗੂਗਾ। ਗੁਰੂ ਕੋਲ ਅਰਦਾਸ ਕਰੋ ਕਿ ਸਿੱਖ ਕੌਮ ਸਾਡੀ ਪਿਛੋਕੜ ਸਾਡੇ ਵਾਰਸ ਨੇ, ਅਸੀਂ ਸਿੱਖੀ ਦੇ ਵਾਰਸ ਹਾਂ। ਜੇ ਅਸੀਂ ਨਾ ਉਹਨਾਂ ਬੱਚਿਆਂ ਦੀ ਦੇਖਭਾਲ ਕਰਾਂਗੇ ਕੌਣ ਕਰੂਗਾ? ਕਿਉਂ ਕਰੂਗਾ? ਕਦੋਂ ਕਰੂਗਾ? ਅੱਜ ਪਹਿਲਾ ਦਿਨ ਹੈ ਜਿਨ੍ਹਾਂ ਨੇ ਅਜੇ ਤੱਕ ਬੜੂ ਸਾਹਿਬ ਵਾਸਤੇ ਬਹੁਤਾ ਕੁਛ ਨਹੀਂ ਕੀਤਾ, ਅਤੇ ਕੋਈ ਗੱਲ ਨਹੀਂ, ਝੂਰਨ ਦੀ ਗੱਲ ਨਹੀਂ ਵੀ ਮੈਂ ਪਹਿਲਾਂ ਨਹੀਂ ਕੁਛ ਕੀਤਾ। ਇਹ ਲੋਕ 20 ਸਾਲਾਂ ਦੇ ਲੱਗੇ ਆ, 25 ਸਾਲਾਂ ਲੱਗੇ ਆ। ਸੋ ਵਾਟ, ਸਟਾਰਟ ਟੂਡੇ। ਅਤੇ
ਇਹਦੇ ਨਾਲ ਮੈਨੂੰ ਪਤਾ ਵੀ ਜੇ 100 ਕਮਰੇ ਦੀ ਸੇਵਾ ਸੀਮ ਲਾਈਕ ਅ ਬਿਗ ਗੋਲ, ਪਰ ਗੁਰੂ ਦੀ ਕਿਰਪਾ ਨਾਲ ਗੋਲ ਅਸੀਂ ਪੂਰਾ ਕਰਨਾ ਹੈ। ਗੋਲ ਜ਼ਰੂਰ ਹੁਣ ਇਹਨਾਂ ਜਿਹੜੇ ਸੱਜਣ ਸੇਵਾ ਕਰ ਰਹੇ ਆ, ਡਾਕਟਰ ਜਸਪਾਲ ਨੇ ਗੱਲ ਕੀਤੀ, ਹੁਣ ਭੈਣ ਜੀ ਮੁਕਤਾ ਜੀ ਬੈਠੇ ਆ, ਇਹਨਾਂ ਨੇ ਦੱਸਣਾ। ਅਤੇ ਜਿਹੜੇ ਹਿਮਾਚਲ ਸਾਥੀ ਮੇਰੀ ਉਮਰ ਦੇ ਨੇ, ਹੁਣ 80 ਸਾਲ ਤੋਂ ਬਾਅਦ ਮੇਰੀ ਉਮਰ ਹੋ ਚੁੱਕੀ ਹੈ ਜੀ, ਵੀ ਨਾਲ ਤੇ ਜਾਣੇ ਨਹੀਂ ਇਹ ਪੈਸੇ। ਪੈਸਿਆਂ ਦਾ ਮਤਲਬ ਕੀ ਹੈ? ਜੀ, ਜੇ ਇਹ ਪੈਸੇ ਉਸ ਪਾਸੇ ਨਾ ਲੱਗੇ ਜਿੱਥੇ ਤੁਹਾਡਾ ਮਨ ਹੈ, ਫਿਰ ਵਿਅਰਥ ਹੈ। ਜੀ, ਫਿਰ ਬੇਅਰਥ। Money means nothing unless it accomplishes something that you want to accomplish. ਸੋ ਮਨ ਦੇ ਵਿੱਚ ਇਹ ਫੈਸਲਾ ਕਰਨਾ ਪੈਣਾ। ਸਾਡੇ ਵਰਗਿਆਂ ਨੂੰ ਇਹ ਵੀ ਸੋਚਣਾ ਪੈਣਾ ਵੀ ਇੰਨੀ ਜਾਇਦਾਦ ਕਿੱਥੇ ਛੱਡ ਕੇ ਜਾਣੀ ਹੈ। ਜੀ, ਤੁਹਾਡੇ ਬੱਚਿਆਂ ਨੇ ਨਹੀਂ ਉਹ ਰੱਜਣਾ। 20 ਮਿਲੀਅਨ ਦੀ 30 ਛੱਡ ਦਿਓਗੇ, 40 ਛੱਡ ਦਿਓਗੇ, 50 ਛੱਡ ਦਿਓਗੇ, ਇਹਦਾ ਕੋਈ ਅੰਤ ਹੀ ਨਹੀਂਗਾ। ਤੁਹਾਨੂੰ ਅੰਤ ਸੋਚਣਾ ਪੈਣਾ ਕਿ ਭਾਈ ਇੰਨੇ ਬਥੇਰੇ ਹੈ ਤੇ ਬਾਕੀ ਦੇ ਮੈਂ ਉਹਨਾਂ ਕੰਮਾਂ ਕਾਰਜਾਂ ਵਾਸਤੇ ਛੱਡ ਕੇ ਜਾਣੇ ਆ। ਸੋ ਆਈ ਐਮ ਟਾਕਿੰਗ ਅਬਾਊਟ ਐਂਡਾਊਮੈਂਟਸ। ਹੁਣ ਇਹ ਵੱਡੀਆਂ ਇੰਸਟੀਟਿਊਸ਼ਨਾਂ ਰੋਜ਼ ਦਿਹਾੜੀ ਬੀਬੀ ਕਦੇ ਉੱਥੇ ਗਈ, ਕਦੇ ਉੱਥੇ ਗਈ, ਬੱਚੇ ਹੀ ਪਾਲਦੇ, ਜਿਵੇਂ ਜਸਪਾਲ ਸਿੰਘ ਇਹ ਸਾਰੇ ਰਨ ਕਰਦੇ ਆ। ਸਾਡਾ ਫਰਜ਼ ਬਣਦਾ ਜਿਨ੍ਹਾਂ ਗੁਰੂ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ ਹੈ, ਜਿਨ੍ਹਾਂ ਕੋਲੇ 4 ਪੈਸੇ ਹੈਗੇ ਹੈ, ਸੋਚਣ ਮਰਨ ਤੋਂ ਪਹਿਲਾਂ ਕਿ ਭਾਈ ਜਾਇਦਾਦ ਦਾ ਕੁਝ ਹਿੱਸਾ ਇਸ ਪਾਸੇ ਛੱਡਣਾ। ਜੀ, ਜੀ, ਜੀ। ਜਿਹੜੀਆਂ ਇੱਥੇ ਲੰਮੀਆਂ ਇੰਸਟੀਟਿਊਸ਼ਨ ਚੱਲ ਰਹੀਆਂ ਉਹਨਾਂ ਇਸ ਆਧਾਰ 'ਤੇ ਚੱਲ ਰਹੀਆਂ ਕਿ ਉਹ ਜੇ ਨਾ ਦਿਓਗੇ ਤਾਂ ਸਰਕਾਰ ਨੇ ਅੱਧਾ ਲੈ ਲੈਣਾ ਟੈਕਸ ਦੇ ਵਿੱਚ। ਮੈਂ ਸਰਕਾਰ ਨੂੰ ਨਹੀਂ ਛੱਡ ਕੇ ਜਾਣਾ ਚਾਹੁੰਦਾ, ਮੈਂ ਤਾਂ ਕਿਸੇ ਨਾ ਕਿਸੇ ਸਿੱਖੀ ਕਾਜ਼ ਦੇ ਵਿੱਚ ਛੱਡ ਕੇ ਜਾਣਾ ਚਾਹੁੰਦਾ। ਜੀ, ਜੀ ਡਾਕਟਰ ਸਾਹਿਬ, ਤੁਸੀਂ ਜਿਹੜਾ ਸੇਵਾ ਦਾ ਭਾਵਨਾ ਆ, ਜਿਹੜਾ ਪੂਰਾ ਫਲਸਫਾ ਸਾਹਮਣੇ ਰੱਖਿਆ ਆ, ਵਧਾਈ ਦੇ ਪਾਤਰੋਂ, ਤੁਸੀਂ ਇੰਨੀ ਸੇਵਾ ਕਰਦੇ ਹੋ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਭੈਣ ਜੀ ਰਵੀਦੀਪ ਕੌਰ ਮੁਕਤਾ। ਭੈਣ ਜੀ ਫਿਰ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਮੈਂ ਨਾ ਜਿਹੜਾ ਫਿਗਰਸ ਆ, ਜਿਹੜੀ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨਾਲ ਮੈਂ ਗੱਲ ਕਰ ਰਿਹਾ ਸੀਗਾ, ਐਗਜ਼ੈਕਟ ਫਿਗਰ ਲੈਣ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਆਨਸਰ ਜ਼ਰੂਰ ਲਵਾਂਗਾ। ਉਹ ਹੈਗਾ ਕਿ ਜੇ ਤੁਸੀਂ ਟੋਟਲ ਗੂਗਲ 'ਤੇ ਸਰਚ ਕਰੋ ਜਾਂ ਉਸ ਤੋਂ ਬਾਅਦ ਤੁਹਾਡੀ ਆਪ ਦੇ ਵੀ ਜੋ ਜਾਣਕਾਰੀ ਹੁੰਦੀ ਹੈ, ਪੰਜਾਬ ਦੇ ਵਿੱਚ ਮੈਂ ਗੱਲ ਕਰ ਰਿਹਾ, ਅਗੇਨ ਕੋਈ ਜੈਂਡਰ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ ਜਾਂ ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰ ਰਿਹਾ। ਗੱਲ ਪ੍ਰੋਬਲਮ ਇਹ ਹੈ ਕਿ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਕਿ ਜਿਹੜੇ ਮੁੰਡੇ ਆ ਉਹ ਡਰੱਗਸ ਦੇ ਵਿੱਚ ਪੈ ਰਹੇ ਆ। ਪਿਛਲੇ 4 ਤੋਂ 6 ਸਾਲਾਂ ਦੇ ਵਿੱਚ ਹਾਲਾਤ ਇੰਨੇ ਬਦਤਰ ਬਣ ਗਏ। ਮੈਂ ਤੁਹਾਨੂੰ ਖਾਸ ਕਰਕੇ ਕਿਹਾ ਕਿ ਆਪਣੀਆਂ ਮਾਣਯੋਗ ਭੈਣਾਂ ਵੀ ਉੱਧਰ ਜਾ ਰਹੀਆਂ ਨੇ। ਕਲਗੀਧਰ ਟਰਸਟ ਬੜੂ ਸਾਹਿਬ ਵਾਲਿਆਂ ਦਾ ਬਹੁਤ ਵੱਡਾ ਉਪਰਾਲਾ ਕਿ 2-3 ਜਿਹੜੇ ਡੀ ਐਡਿਕਸ਼ਨ ਸੈਂਟਰ ਚੱਲ ਰਹੇ ਨੇ। ਡੀ ਐਡਿਕਸ਼ਨ ਸੈਂਟਰ ਬਹੁਤ ਜਗ੍ਹਾ ਚੱਲ ਰਹੇ ਆ ਦਰਸ਼ਕੋ, ਪਰ ਉੱਥੋਂ ਬਹੁਤ ਜਿਹੜੀਆਂ ਰਿਪੋਰਟਾਂ ਵਧੀਆ ਨਹੀਂ ਆ ਰਹੀਆਂ। ਮੈਂ ਭੈਣ ਜੀ ਤੁਹਾਨੂੰ ਪੁੱਛੂੰਗਾ ਕਿ ਆਪਣੀ ਭੈਣਾਂ ਲਈ ਜੋ ਤੁਸੀਂ ਕਰ ਰਹੇ ਹੋ, ਈਵਨ ਵੀਰਾਂ ਲਈ ਵੀ ਕਰ ਰਹੇ ਹੋ, ਵਧਾਈ ਦੇ ਪਾਤਰੋਂ, ਪਰ ਕੀ ਭੈਣਾਂ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਕਿ ਜਿਹੜੀ ਰਿਜ਼ਲਟ ਕਿੱਦਾਂ ਦੇ ਆ ਰਹੇ ਨੇ ਸੋ ਫਾਰ? ਪਹਿਲੇ ਤੇ ਮੈਂ ਸਾਰੇ ਜਸਟ ਟੀਵੀ ਦੇ ਦਰਸ਼ਕਾਂ ਨੂੰ ਫਤਿਹ ਸਾਂਝ ਕਰਨਾ ਚਾਹਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੇ ਵੀ ਸੰਗਤ ਡਾਕਟਰ ਹਰਦਮ ਆਜ਼ਾਦ ਜੀ ਦੇ ਘਰ ਆਏ ਨੇ, ਤੇ ਮੇਰਾ ਬਹੁਤ ਬਹੁਤ ਪਿਆਰ ਡਾਕਟਰ ਹਰਦਮ ਆਜ਼ਾਦ ਜੀ ਨੂੰ ਲਾਈਕ ਦਿਲੋਂ ਲਾਈਕ ਮਤਲਬ ਕਿ ਬਹੁਤ ਬਹੁਤ ਪਿਆਰ ਜੀ ਕਿ ਇੰਨਾ ਮਤਲਬ ਮੈਂ ਤੇ ਹੁਣੇ ਡਾਕਟਰ ਸਾਹਿਬ ਨੇ ਜਿਵੇਂ ਅਪੀਲ ਕੀਤੀ ਨਾ, ਮੈਂ ਥੋੜੀ ਜਿਹੀ ਭਾਵੁਕ ਹੋ ਗਈ ਹਾਂ ਕਿ ਬਹੁਤ ਸੋਹਣਾ। ਪਹਿਲੇ ਮੈਂ ਉਹਦੇ ਬਾਰੇ ਗੱਲ ਕਰਨਾ ਚਾਹਾਂਗੀ ਹੈ ਨਾ ਕਿ ਜਿਵੇਂ ਡਾਕਟਰ ਸਾਹਿਬ ਨੇ ਹੁਣੇ ਕਿਹਾ ਤੇ ਮੈਨੂੰ ਬਾਬਾ ਜੀ ਦੇ ਬਚਨ ਯਾਦ ਆ ਗਏ। ਬਾਬਾ ਇਕਬਾਲ ਸਿੰਘ ਜੀ ਆਲਵੇਜ਼ ਇੱਕ ਛੋਟੀ ਜੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਉਹਨਾਂ ਨੇ ਵੀ ਜਦੋਂ ਆਪਣੀ ਡਾਕਟਰੇਟ ਪੜ੍ਹਾਈ ਕਰ ਲਈ, ਕਿਉਂਕਿ ਅੰਮ੍ਰਿਤਸਰ ਕਾਲਜ ਦੇ ਵਿੱਚ ਪਹਿਲੀ ਵਾਰੀ ਉਹ ਸੰਤ ਤੇਜਾ ਸਿੰਘ ਜੀ ਨੂੰ ਮਿਲੇ ਸੀ, 5 ਜਣੇ ਉਹਨਾਂ ਦਾ ਲੈਕਚਰ ਸੁਣਿਆ ਸੀ। ਉਹ ਇੱਕ ਲੈਕਚਰ ਨੇ ਬਾਬਾ ਇਕਬਾਲ ਸਿੰਘ ਜੀ, ਡਾਕਟਰ ਖੇਮ ਸਿੰਘ ਜੀ, ਡਾਕਟਰ ਗੁਰਬਖਸ਼ ਸਿੰਘ ਜੀ, 5 ਜਣਿਆਂ ਦੀ ਲਾਈਫ ਚੇਂਜ ਹੋਈ ਤੇ ਉਹ ਸੰਤਾਂ ਦੇ ਲੜ ਲੱਗੇ। ਉਹਨਾਂ ਨੇ ਕਿਹਾ ਕਿ ਆਪਾਂ ਨੇ ਇਹ ਜਿਹੜੀ ਦੇਹ ਮਿਲੀ ਹੈ ਇਹਨੂੰ ਸੇਵਾ ਚਲਾਉਣਾ ਹੈ ਜੀ। ਬਟ ਸਾਰਿਆਂ ਦੇ ਮਾਪਿਆਂ ਦਾ ਹੁੰਦਾ ਕਿ ਹੁਣ ਪੈਸਾ ਖਰਚਿਆ, ਇਹਨਾਂ ਨੂੰ ਆਪਾਂ ਬਾਹਰ ਵਿਦੇਸ਼ ਭੇਜਾਂਗੇ, ਉਹਨੇ ਡਾਲਰ ਕਮਾਉਣਗੇ ਸਾਡੇ ਬੱਚੇ, ਰਾਈਟ। ਬਾਬਾ ਜੀ ਦੇ ਜਿਹੜੇ ਪਿਤਾ ਜੀ ਸੀ ਬੜੇ ਵੱਡੇ ਜਗੀਰਦਾਰ ਸੀਗੇ, ਉਹਨਾਂ ਨੂੰ ਕਿੰਗਰਾ ਕਹਿੰਦੇ ਸੀ, ਤੇ ਉਹਨਾਂ ਨੂੰ ਸੀ ਕਿ ਸਾਡਾ ਪੁੱਤ ਹੁਣ ਬਾਹਰ ਜਾਏਗਾ ਵਿਦੇਸ਼। ਤੇ
ਤੇ ਉਹ ਸੰਤਾਂ ਦੇ ਕੋਲ ਗਏ ਆਗਿਆ ਲੈਣ ਕਿ ਫਲਾਈਟ ਸੀਗੀ, ਟਿਕਟ ਕਰਾਈ ਹੋਈ ਸੀ ਤੇ ਉਹਨਾਂ ਨੇ ਕਿਹਾ ਬਾਬਾ ਜੀ, ਉਹ ਸਾਰੀ ਸੰਗਤ ਨੇ ਕਿਹਾ ਕਿ ਇਕਬਾਲ ਸਿੰਘ ਹੁਣ ਵਿਦੇਸ਼ ਜਾ ਰਿਹਾ ਬਾਬਾ ਜੀ, ਤੇ ਉਹ ਥਾਪੜਾ ਲੈਣ ਗਏ ਕਿ ਮੇਰੀ ਤਰੱਕੀ ਹੋਏ, ਕਾਮਯਾਬੀ ਹੋਏ, ਮੈਂ ਪੜ੍ਹਾਈ ਕਰਕੇ ਹੁਣ ਜਾ ਰਿਹਾ ਉੱਥੇ ਨੌਕਰੀ ਕਰਨ। ਤੇ ਸੰਤ ਤੇਜਾ ਸਿੰਘ ਜੀ ਨੇ ਬਾਬਾ ਇਕਬਾਲ ਸਿੰਘ ਜੀ ਨੂੰ ਇੱਕ ਵਰਡ ਕਿਹਾ ਸੀ, ਇਜ਼ ਦਿਸ ਦ ਪਰਪਸ ਆਫ ਯੋਰ ਲਾਈਫ? ਇਜ਼ ਦਿਸ ਦ ਪਰਪਸ ਆਫ ਯੋਰ ਲਾਈਫ? ਤੇ ਅੱਗੋਂ ਬਾਬਾ ਜੀ ਚੁੱਪ, ਫਿਰ ਦੁਬਾਰਾ ਕਿਹਾ, ਇਜ਼ ਦਿਸ ਦ ਪਰਪਸ ਆਫ ਯੋਰ ਲਾਈਫ? ਤੇ ਬਾਬਾ ਜੀ ਨੇ ਕਿਹਾ ਕਿ ਮਹਾਰਾਜ, that is not purpose of my life, I know that, but ਇਹ ਜਿਹੜੀ ਮੇਰੀ ਇੱਛਾ ਨਹੀਂ ਹੈਗੀ, ਮੇਰੇ ਬਾਪੂ ਦੀ ਇੱਛਾ ਵੇ ਕਿ ਤੂੰ ਪੜ੍ਹਾਈ ਕਰਨ ਜਾਣਾ ਤੇ ਤੂੰ ਉੱਥੇ ਹੋਰ ਮਤਲਬ ਵੱਡਾ ਬੰਦਾ ਬਣਨਾ ਹੈ ਹਨਾ। ਤੇ ਬਸ ਉਹ ਗੱਲ ਸੰਤਾਂ ਨੇ ਇੰਨੀ ਜੀ ਛੱਡਤੀ, ਉਹ ਕੋਈ ਦ੍ਰਿਸ਼ਟੀ ਪਾਤੀ। ਬਾਬਾ ਜੀ ਨੇ ਘਰ ਆ ਕੇ ਆਪਣੇ ਮਾਪਿਆਂ ਨੂੰ ਕਿਹਾ ਮੈਂ ਜਾਣਾ ਨਹੀਂ। ਹੁਣ ਘਰਦਿਆਂ ਨੇ ਕਲੇਸ਼ ਪਾਤਾ, ਉਹ ਕਹਿਣ ਕਿਉਂ ਨਹੀਂ ਜਾਣਾ? ਕਹਿੰਦੇ ਮੈਂ ਬਾਬਿਆਂ ਦਾ ਨਾਮ ਨਾ ਲਵਾਂ, ਕਹਿੰਦੇ ਨਹੀਂ ਤੇ ਮੇਰੇ ਬਾਬਿਆਂ ਨੂੰ ਗਾਲਾਂ ਕੱਢਣਗੇ ਤੇ ਫਿਰ ਆਪਣਾ ਜਨਮ ਨਰਕ ਵਿੱਚ ਜਾਏਗਾ ਇਹਨਾਂ ਦਾ। ਤੇ ਕਹਿੰਦੇ ਬਸ ਮੈਂ ਨਹੀਂ ਜਾਣਾ ਤੇ ਮੈਂ ਨਹੀਂ ਜਾਣਾ। ਬਸ ਕਹਿੰਦੇ ਉਹ ਇੱਕ ਬਚਨ ਦੇ ਵਿੱਚ ਮੈਨੂੰ ਆਪਣੀ ਲਾਈਫ ਦਾ ਪਰਪਸ ਪਤਾ ਚੱਲ ਗਿਆ ਸੀਗਾ ਤੇ ਉਹ ਪਰਪਸ ਜਿਹੜਾ ਪਹਿਚਾਣ ਚ ਆ ਗਿਆ ਤੇ ਬਾਬਾ ਜੀ ਨੇ ਆਪਣੀ ਅਗਲੀ ਸਾਰੀ ਜ਼ਿੰਦਗੀ ਜਿਹੜੀ ਏ ਮਹਾਂਪੁਰਸ਼ਾਂ ਦੇ ਬਚਨ, ਉਹਨਾਂ ਦੇ ਵਿਜ਼ਨ ਨੂੰ ਪੂਰਾ ਕਰਨ ਦੇ ਵਿੱਚ ਕੌਮ ਦੇ ਉੱਤੇ ਲਾਤੀ। ਤੇ 2013 ਦੇ ਵਿੱਚ ਸਾਲਟ ਲੇਕ ਸਿਟੀ 에ਅਰਪੋਰਟ ਤੇ ਮੈਂ ਬਾਬਾ ਜੀ ਦੇ ਕੋਲ ਬੈਠੀ ਹੋਈ ਸੀ ਤੇ ਮੈਨੂੰ ਬਾਬਾ ਜੀ ਨੇ ਕਿਹਾ ਕਿ ਪੁੱਤ ਤੇਰੀ ਕਿੰਨੀ ਉਮਰ ਹੈਗੀ ਹੈ ਹਨਾ? ਮੈਂ ਕਿਹਾ ਮੇਰੀ 31 ਸਾਲ ਹਲੇ ਹੈਗੀ ਹੈ ਨਾ। ਉਦੋਂ 2 ਸਾਲ ਸੇਵਾ ਕਰਦਿਆਂ ਹਲੇ ਹੋਏ ਸੀ ਤੇ ਮੈਨੂੰ ਬਾਬਾ ਜੀ ਨੇ ਕਿਹਾ ਸੀ, ਪੁੱਤ ਇਹ ਜਿਹੜੀ ਦੇਹ ਵੇ ਨਾ, ਇਹ ਆਪਣੀ ਤੂੰ ਜਵਾਨੀ ਲਗਾ ਦੇ ਗੁਰੂ ਨਾਨਕ ਦੇ ਲੜ ਵਿੱਚ ਜੀ। ਇਹ ਮੁੜ ਮੁੜ ਕੇ ਦੇਆ ਦੁਨੀਆ ਵਿੱਚ ਨਹੀਂ ਆਉਂਦੀਆਂ ਤੇ ਤੂੰ ਇਹ ਦੇਹ ਲਾ ਦੇ। ਬਸ ਉਹ ਬਾਬਾ ਜੀ ਦਾ ਜਿਹੜਾ ਬਚਨ ਹੈ ਨਾ ਕਿ ਮੇਰੀ ਇਹ ਦੇਹ ਲੱਗ ਜਾਵੇ, ਹੋਰ ਆਖਿਰਲੇ ਸਵਾਸ ਤੱਕ ਲੱਗ ਜਾ। ਸੇਵਾ ਹੁੰਦੀ ਬਹੁਤ ਔਖੀ ਏ, ਬੜੀਆਂ ਗੱਲਾਂ ਸੁਣਨੀਆਂ ਪੈਂਦੀਆਂ। ਪਹਿਲੇ ਤੇ ਹੁੰਦਾ ਕਿ ਤੁਸੀਂ ਕਰ ਰਹੇ ਹੋ, ਕੋਈ ਐਵੇਂ ਟੁਰੀ ਫਿਰਦੀ ਬੀਬੀ, ਕੋਈ ਮਕਸਦ ਹੋਏਗਾ, ਪੈਸੇ ਖਾਂਦੀ, ਕਿਉਂਕਿ ਪੈਸੇ ਦਾ ਉੱਤੇ। ਬਟ ਬਾਬਾ ਜੀ ਨੇ ਇੱਕ ਗੱਲ ਕਹੀ ਸੀ ਕਿ ਗੁਰੂ ਨਾਨਕ ਦੇ ਘਰ ਦਾ ਜਿਹੜਾ ਰਸਤਾ ਹੈਗਾ ਉਹ ਸੌਖਾ ਨਹੀਂ, ਕੰਡਿਆਂ ਦੀ ਵਾੜ ਹੈ ਤੇ ਨਹੀਂ ਤੇ ਸਾਰੀ ਆਪਾਂ ਪਹੁੰਚ ਜਾਈਏ ਗੁਰੂ ਦੇ ਚਰਨਾਂ ਦੇ ਵਿੱਚ, ਰਾਈਟ। ਤੇ ਬਾਬਾ ਜੀ ਨੇ ਕਿਹਾ ਸੀ ਇਹਨਾਂ ਚੀਜ਼ਾਂ ਤੋਂ ਉੱਠ ਕੇ ਬੋਲ ਕਬੋਲ ਸਹਾਰਨਾ, ਤਪੋ ਸਿਰ ਤਪ, ਇਹ ਸੁਣ ਕੇ ਵੀ ਮਨ ਨੂੰ ਦੁਖੀ ਨਹੀਂ ਹੋਣਾ ਤੇ ਚੜ੍ਹਦੀਆਂ ਕਲਾ ਚ ਰਹਿਣਾ ਤੇ ਆਪਣੀ ਇਹ ਦੇਹ ਤੂੰ ਸੇਵਾ ਦੇ ਵਿੱਚ ਲਾਣੀ ਹੈ। ਬਹੁਤ ਸੋਹਣਾ। ਹੁਣੇ ਡਾਕਟਰ ਸਾਹਿਬ ਨੇ ਬੜਾ ਸੋਹਣਾ ਕਿਹਾ ਕਿ ਆਪਾਂ ਨੂੰ ਜਿੰਨਾਂ ਨੂੰ ਵੀ ਜ਼ਿੰਦਗੀ 'ਚ ਮੌਕਾ ਮਿਲਿਆ ਵੇ ਤੇ ਬੱਚਿਆਂ ਨੂੰ ਆਪਾਂ ਜਿੰਨਾ ਦੇਣਾ, ਕਹਿੰਦੇ ਨੇ ਮੜੀਆਂ ਦੇ ਉੱਤੇ ਬੱਚਿਆਂ ਨੇ ਜਾ ਕੇ ਕਿਹੜਾ ਦੀਵੇ ਜਗਾਣੇ, ਰਾਈਟ, ਕੋਈ ਕਹਾਵਤ ਹੁੰਦੀ ਹੈ ਕਿ ਆਖਿਰ ਦੇ ਉੱਤੇ ਉਹਦੇ ਚਰਨਾਂ ਦੇ ਵਿੱਚ ਉਹੀਓ ਅਕਾਲ ਪੁਰਖ ਦੀ ਗੋਦ ਵਿੱਚ ਹੀ ਜਾ ਕੇ ਮਿਲਣਾ ਹੈਗਾ। ਤੇ ਸੋ ਬੜੀ ਖੁਸ਼ੀ ਨਾਲ ਮੈਂ ਕਹਿ ਰਹੀ ਹਾਂ ਕਿ ਹੁਣੇ ਜਸਪਾਲ ਵੀਰ ਜੀ ਨੂੰ ਤੁਹਾਡਾ ਕੁਐਸਚਨ ਸੀ ਕਿੰਨੇ ਕਮਰੇ ਹੋ ਗਏ? ਸਾਡੇ 32 ਕਮਰੇ ਹੋਏ ਸੀ, 10 ਕਮਰੇ ਸਾਡੇ ਹਿਊਸਟਨ ਤੋਂ ਹੋ ਗਏ ਨੇ, 5 ਕਮਰੇ ਤੇ ਡਾਕਟਰ ਹਰਦਮ ਆਜ਼ਾਦ ਜੀ ਨੇ ਕਰਤੇ, 5 ਕਮਰੇ ਰਾਜਗਿਲ ਅੰਕਲ ਦੀ ਜਿਹੜੀ ਨਾਨਕਸਰ ਕਲੋਨੀ ਵੱਲੋਂ ਸਾਨੂੰ ਸਪੋਰਟ ਮਿਲਿਆ ਹੈਗਾ। ਸੋ 42 ਕਮਰਿਆਂ ਦੀ ਸੇਵਾ ਹੋ ਗਈ ਹੈ। ਦਰਸ਼ਕੋ ਪਿੱਛੇ 58 ਰਹਿ ਗਏ, 100 ਦਾ ਟੀਚਾ ਲੈ ਕੇ ਚੱਲੇ ਸੀ ਸੰਗਤ ਵੱਲੋਂ, ਪਰ ਬਹੁਤ ਸੋਹਣਾ ਫਿਗਰ ਵੀ ਦਿੱਤਾ ਔਰ ਸੇਵਾ ਦਾ ਤੁਸੀਂ ਜੋ ਦੱਸਿਆ ਕਿ ਲੋਕਾਂ ਦੇ ਤਾਨੇ ਮਿਹਣੇ ਵੀ ਲੈਣੇ ਪੈਂਦੇ। ਵੈਲ ਅੰਗਰੇਜ਼ੀ ਵਿੱਚ ਵੀ ਕਹਾਵਤ ਹੈ ਕਿ ਰੋਡ ਇਜ਼ ਟੂ ਸਕਸੈਸ ਇਜ਼ ਆਲਵੇਜ਼ ਅੰਡਰ ਆਬਸਟੀਕਲਸ। ਇਹ ਤਾਂ ਸੇਵਾ ਦਾ ਮਾਰਗ ਤਾਂ ਉਸ ਤੋਂ ਵੀ ਔਖਾ ਆ। ਦਰਸ਼ਕੋ ਬਹੁਤ ਸੋਹਣਾ ਐਲੈਬੋਰੇਟ ਕੀਤਾ ਭੈਣ ਜੀ ਨੇ, ਪਰ ਆਪਾਂ ਰੁਕਣਾ ਪੈ ਰਿਹਾ ਇੱਕ ਕੁਇਕ ਬ੍ਰੇਕ ਲਈ। ਤੁਸੀਂ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਅਸੀਂ ਜਿਹੜਾ ਸਪੈਸ਼ਲ ਪ੍ਰੋਗਰਾਮ ਅਦਾਰਾ ਕਲਗੀਧਰ ਟਰਸਟ ਬੜੂ ਸਾਹਿਬ ਵਾਸਤੇ ਲੈ ਕੇ ਇੱਥੇ ਹਿਊਸਟਨ ਟੈਕਸਸ ਵਿਖੇ ਆਏ ਹੋਏ ਹਾਂ। ਡਾਕਟਰ ਹਰਦਮ ਸਿੰਘ ਆਜ਼ਾਦ ਦੇ ਘਰ ਵਿਖੇ ਬੈਠੇ ਹਾਂ। ਬਹੁਤ ਸੋਹਣੀ ਸੇਵਾ ਉਹਨਾਂ ਨੇ ਕੀਤੀ, 5 ਕਮਰਿਆਂ ਦੀ ਟੋਟਲ ਜਿਹੜੇ 42 ਕਮਰਿਆਂ ਦੀ ਸੇਵਾ ਹੋ ਚੁੱਕੀ ਹੈ ਸੰਗਤ ਵੱਲੋਂ ਤੇ ਬਾਕੀ ਜਿਹੜੇ 100 ਕਮਰਿਆਂ ਦੇ ਵਿੱਚ 58 ਰੂਮਸ ਹੈ ਉਹ ਵੀ ਪਰਮਪਿਤਾ ਪਰਮਾਤਮਾ ਦੀ ਮਿਹਰ ਸਦਕਾ ਹੋ ਜਾਣਗੇ ਛੇਤੀ। ਆਪਾਂ ਚਾਹੇ $1 ਆਪਦੀ ਜੇਬ 'ਚ ਕੱਢੀਏ ਤੇ ਚਾਹੇ ਆਪਾਂ 1000, ਯਾਦ ਰੱਖਿਓ ਗੁਰੂ ਦੇ ਦਰ ਦੇ ਉੱਤੇ ਹਾਜ਼ਰੀ ਪੈ ਜਾਂਦੀ ਹੈ। ਆਪਾਂ ਵੀ ਆਪਣਾ ਦਸਵੰਧ ਜ਼ਰੂਰ ਕੱਢੀਏ, ਆਪਣਾ ਵੀ ਸਹਿਯੋਗ ਬਣਦਾ। ਤੇ ਖਾਸ ਕਰਕੇ ਦਰਸ਼ਕੋ ਆਉਣ ਵਾਲੇ ਵਕਤ ਦੇ ਵਿੱਚ ਜੇ ਆਪਾਂ ਆਪਣੇ ਪਿੰਡ ਦੇ ਜਾਂ ਆਪਣੇ ਪਰਿਵਾਰਾਂ 'ਚੋਂ 1 ਜਾਂ 2 ਬੱਚਿਆਂ ਦੀ ਜ਼ਿੰਦਗੀ ਵੀ ਬਣਾ ਗਏ
ਉਹਨਾਂ ਨੂੰ ਨਸ਼ਿਆਂ ਤੋਂ ਬਚਾ ਗਏ ਜਾਂ 1-2 ਬੱਚਿਆਂ ਦੀ ਜ਼ਿੰਦਗੀ ਬਣਾ ਕੇ ਹਾਇਰ ਆਫਿਸਾਂ ਤੱਕ ਚਲੇ ਗਏ, ਤੇ ਯਾਦ ਰੱਖਿਓ ਗੁਰੂ ਘਰ ਮੰਦਿਰਾਂ ਤੋਂ ਜਾਣ ਤੋਂ ਪਹਿਲਾਂ ਉਹ ਵੱਡੀ ਭਗਤੀ ਤੁਹਾਡੀ ਦਰਗਾਹ ਦੇ ਵਿੱਚ ਲੱਗ ਜੂਗੀ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਇੱਕ ਲਾਸਟ ਕੁਐਸਚਨ ਪੁੱਛੂੰਗਾ, ਉਸ ਤੋਂ ਬਾਅਦ ਤੁਸੀਂ ਧੰਨਵਾਦ ਵੀ ਕਰਿਓ ਆਈ ਸੰਗਤ ਦਾ, ਤੇ ਫਿਰ ਭੈਣ ਜੀ ਤੋਂ ਫਿਗਰਸ ਹੋਰ ਲੈ ਕੇ ਆਪਾਂ ਰੈਪ ਅਪ ਕਰਾਂਗੇ। ਪਿਛਲੇ ਕੁਝ ਸਮੇਂ ਤੋਂ ਡਾਕਟਰ ਸਾਹਿਬ ਤੁਹਾਡੀ ਜਿਹੜੀ ਸਟੱਡੀਜ਼ ਆ, ਮੈਂ ਦੇਖਿਆ ਤੁਸੀਂ ਕਾਫੀ ਕਲੋਜ਼ ਆਈਜ਼ ਰੱਖ ਰਹੇ ਹੋ। ਅਸੀਂ ਕਿਸੇ ਧਰਮ ਜਾਂ ਜਾਤੀ ਦੇ ਖਿਲਾਫ ਨਹੀਂ ਹੈ, ਹਰੇਕ ਬੱਚਾ ਆਪਦੀ ਯੋਗਤਾ ਦੇ ਅਨੁਸਾਰ ਅੱਗੇ ਆਉਂਦਾ, ਪਰ ਆਪਣੇ ਹਰੇਕ 13-14 ਜਿੰਨੇ ਜ਼ਿਲ੍ਹੇ ਹੈਗੇ ਪੰਜਾਬ ਦੇ ਵਿੱਚ, ਡਿਸਟ੍ਰਿਕਟਸ ਦੇ ਵਿੱਚ SSP ਤੇ ਕਲੈਕਟਰ, ਉਹ 80 ਤੋਂ 90% ਬਾਹਰਲੇ ਬੱਚੇ IAS ਅਫਸਰ ਬਣ ਕੇ ਆਉਂਦੇ ਆ। ਅਫਕੋਰਸ ਉਹਨਾਂ 'ਚ ਯੋਗਤਾ ਹੋਊਗੀ, ਪਰ ਅਦਾਰਾ ਬੜੂ ਸਾਹਿਬ ਬਹੁਤ ਸੋਹਣਾ ਉਪਰਾਲਾ ਕਰ ਰਿਹਾ ਕਿ ਆਪਣੇ ਬੱਚੇ, ਕਹਿੰਦੇ ਨਾ ਬੱਚੇ ਪੜਾਓ ਪੰਜਾਬ ਬਚਾਓ, ਕਰ ਰਿਹਾ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖਦੇ ਹੋ ਕਿ ਆਪਾਂ ਜਿਹੜਾ ਟੀਚਾ ਅੱਜ ਤੋਂ 30 ਸਾਲ ਪਹਿਲਾਂ ਪੰਜਾਬ 'ਚ ਹੁੰਦਾ ਸੀਗਾ ਕਿ ਆਪਣੇ ਪੰਜਾਬੀ ਬੱਚੇ ਹੀ ਆਫਿਸਰ ਲੱਗਦੇ ਸੀਗੇ, ਆਉਣ ਵਾਲੇ ਟਾਈਮ 'ਚ ਦੇਖ ਰਹੇ ਹੋ ਤੁਸੀਂ? ਦੇਖੋ, ਮੈਂ ਕੱਲ ਪਰਸੋਂ ਕਿਤੇ ਸਟੈਟਿਸਟਿਕ ਪੜ੍ਹ ਰਿਹਾ ਸੀ ਜੀ ਕਿ ਬ੍ਰਾਹਮਣ 7% ਕਿ 7.5% ਹਿੰਦੁਸਤਾਨ ਦੀ ਆਬਾਦੀ ਹੈ, ਜੀ ਤੇ 95% ਜਿਹੜੇ ਜਸਟਿਸਿਸ ਹੈਗੇ ਨੇ ਸੁਪਰੀਮ ਕੋਰਟ ਤੋਂ ਲੈ ਕੇ ਉਹ ਬ੍ਰਾਹਮਣ ਹੈ। ਪੰਜਾਬ ਦੇ ਸਿੱਖਾਂ ਨੂੰ ਇਹ ਗੱਲ ਕਹੀ ਜਾ ਰਹੀ ਸੀ ਕਿਉਂਕਿ ਤੁਸੀਂ ਸਿਰਫ 2% ਹੋ ਤੇ ਫੌਜ ਦੇ ਵਿੱਚ ਤੁਹਾਡੀ ਗਿਣਤੀ ਵੀ 2% ਕਰ ਦੇਣੀ ਹੈ। ਇਸੇ ਕਰਕੇ ਦਾਸ ਖਾਲਿਸਤਾਨ ਰੈਫਰੈਂਡਮ 2020 ਕੋਈ ਨਾ ਕੋਈ ਤਰੀਕਾ ਅਖੀਰ ਨੂੰ ਆਜ਼ਾਦੀ ਹੀ ਸਿੱਖਾਂ ਦਾ ਹੱਲ ਹੋਣਾ। ਆਜ਼ਾਦੀ ਤੋਂ ਬਗੈਰ ਦਬਾਅ, ਜਾਣ ਬੁੱਝ ਕੇ ਦਬਾਅ ਹੈਗਾ। RSS ਦਾ ਅੱਜ ਕੱਲ੍ਹ ਇਲੈਕਸ਼ਨਾਂ ਚੱਲ ਰਹੀਆਂ ਤੇ ਅਸੀਂ ਅਜੇ ਸ਼ਹੀਦੀ ਦਿਵਸ ਮਨਾ ਕੇ ਹਟੇ ਹਾਂ, ਪੂਰਾ ਹਫ਼ਤਾ ਸਾਹਿਬਜ਼ਾਦਿਆਂ ਦਾ। ਸੋ ਜੇ ਅਸੀਂ ਉਸ ਪਨੀਰੀ ਨੂੰ, ਉਸ ਸਿੱਖੀ ਨੂੰ ਬਚਾਉਣਾ ਹੈ ਤੇ ਇਸ ਤੋਂ ਜੋ ਬੜੂ ਸਾਹਿਬ ਕਰ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਉਹ ਬਹੁਤ ਹੀ ਚੰਗਾ ਉਪਰਾਲਾ ਹੈ। ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਚੜ੍ਹ ਕੇ ਇਹਦੀ ਸਪੋਰਟ ਕਰੀਏ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉੱਥੇ DC ਵੀ ਬਾਹਰੋਂ ਤੇ SP ਵੀ ਬਾਹਰੋਂ ਤੇ ਸਾਰੇ ਅਫਸਰ ਸਾਰੇ ਬਾਹਰੋਂ, ਇਹ ਸਾਨੂੰ ਜਿਤਲਾਇਆ ਜਾ ਰਿਹਾ ਹੈ ਕਿ ਤੁਸੀਂ ਭਾਈ ਇਹਨਾਂ ਕੰਮਾਂ ਦੀ ਯੋਗਤਾ ਹੀ ਨਹੀਂ ਰੱਖਦੇ। ਜਦੋਂ ਬੜੂ ਸਾਹਿਬ ਪ੍ਰੂਵ ਕਰ ਰਹੇ ਹੈ ਕਿ ਯੋਗਤਾ ਰੱਖਦੇ ਨੇ, ਸਾਡੇ ਸਾਹਮਣੇ ਨੇ ਜਿਹੜੇ ਬੱਚੇ ਬੜੂ ਸਾਹਿਬ ਪੜ੍ਹੇ ਹੈ ਉਹਨਾਂ ਦੇ, ਤੇ ਇਹ ਬੜੂ ਸਾਹਿਬ ਦੀ ਕੋਸ਼ਿਸ਼ ਹੈ ਇਹਨਾਂ ਦੇ ਲਿਟਰੇਚਰ ਦੇ ਵਿੱਚ। ਮੈਨੂੰ ਪਹਿਲਾਂ ਨਹੀਂ ਸੀ ਬਹੁਤਾ ਧਿਆਨ ਇਸ ਪਾਸੇ, ਮੈਂ ਹੁਣ ਪੜ੍ਹਦਾ ਰਹਿਣਾ ਵੀ ਕੀ ਕੁਝ ਹੋਇਆ। ਆਈ ਐਮ ਵੈਰੀ ਹੈਪੀ ਕਿ ਇਹਦੀ ਬਹੁਤ ਪ੍ਰੋਗਰੈਸ ਹੋ ਰਹੀ ਹੈ। ਤੇ ਇੱਕ ਹੋਰ ਵੀ ਦੇਖੋ, ਤੁਸੀਂ ਜਿਹੜੇ ਮਾੜਾ ਮੋਟਾ ਸਾਇੰਸ ਦੇ ਵਿੱਚ ਝੁਕਾਅ ਰੱਖਦੇ ਹੈ, ਦੇਰ ਇਜ਼ ਆਲਵੇਜ਼ ਅ ਬੈਲ ਸ਼ੇਪਡ ਕਰਵ। ਪਹਿਲਾਂ ਜਦੋਂ ਕੋਈ ਵੀ ਸੰਸਥਾ ਸ਼ੁਰੂ ਹੁੰਦੀ ਹੈ ਉਹਦੀ ਜਿਹੜੀ ਗਰੋਥ ਹੈ ਉਹ ਸਾਰਟ ਆਫ ਸਲੋ ਹੁੰਦੀ ਹੈ, then it takes off. We are at that junction as far as I'm concerned, Kalgita Trust. It is going to take off. ਜੀ 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 ਇਟ ਇਜ਼। ਜੇ ਅਸੀਂ ਅੱਜ 100 ਕਮਰਾ ਬਣਾ ਸਕਦੇ ਹਾਂ, ਅਮਰੀਕਾ ਦੇ ਲੋਕ, ਬਹੁਤ ਛੋਟੀ ਗੱਲ ਹੈ ਅਮਰੀਕਾ ਵਾਸਤੇ, ਸਾਰਿਆਂ ਵਾਸਤੇ, ਕਿ ਅਸੀਂ ਕੱਲ੍ਹ ਨੂੰ ਇਹ ਗੱਲ ਕਹਿ ਸਕੀਏ ਮਾਣ ਦੇ ਨਾਲ ਕਿ ਅਸੀਂ ਆਪਣੇ ਪੈਸੇ ਜੋ ਗੁਰੂ ਦੀ ਬਖਸ਼ਿਸ਼ ਨਾਲ ਸਾਨੂੰ ਮਿਲੇ ਨੇ ਉਹਨੂੰ ਚੰਗੇ ਕੰਮ ਆਪਣੀ ਕੌਮ ਦੇ ਫਿਊਚਰ ਵਾਸਤੇ ਲਾਉਣੇ ਆ। ਤੇ ਸਾਨੂੰ ਸਾਰਿਆਂ ਨੂੰ ਮੈਂ ਤਾਂ ਇਹੋ ਬੇਨਤੀ ਕਰੂੰਗਾ, ਜਿੰਨੇ ਵੀ ਸਰੋਤੇ ਸੁਣ ਰਹੇ ਆ, ਕਿ ਭਾਈ ਆਪਣਾ ਯੋਗਦਾਨ ਪਾਓ। ਜਿੱਥੋਂ ਵੀ ਸ਼ੁਰੂ ਕਰਨਾ ਹੈ, 500 ਤੋਂ ਕਰ ਲਓ, 5000 ਤੋਂ ਕਰ ਲਓ, 50000 ਤੋਂ ਕਰ ਲਓ, ਲੱਖ ਤੋਂ ਕਰ ਲਓ, ਪੈਸਿਆਂ ਦਾ ਕੋਈ ਘਾਟਾ ਨਹੀਂ ਜੀ। ਜੋ ਸਿੱਖੀ ਨੇ ਸਾਨੂੰ ਦਿੱਤਾ ਹੈ, ਮੈਂ ਤੇ ਰੋਜ਼ ਯਾਦ ਕਰਦਾ ਵੀ ਜਦੋਂ ਅਸੀਂ ਕਹਿੰਦੇ ਕਿਰਤ ਕਰੋ, ਸਾਰੇ ਨਹੀਂ ਕਿਰਤ ਕਰਦੇ, ਸਿੱਖ ਕਿਰਤ ਕਰਦਾ। ਸਿੱਖ ਨੂੰ ਪਤਾ ਵੀ ਜੇ ਕਿਰਤ ਕਰਨੀ ਹੈ ਤਾਂ ਮੈਂ ਐ ਨਹੀਂ ਹੱਥ ਅੜਨਾ, ਮੈਂ ਤੇ ਦਾਤਾ ਬਣ ਕੇ ਰਹਿਣਾ। ਸਾਨੂੰ ਦਾਤੇ ਬਣਾਇਆ ਗੁਰੂ ਸਾਹਿਬ ਨੇ ਤੇ ਅਸੀਂ ਦਾਤੇ ਬਣੀਏ। ਤੇ ਸੋ ਜਿਹੜੇ ਤੁਹਾਡਾ ਸਵਾਲ ਖਾਸਾ ਲੰਮਾ ਜਵਾਬ ਦੇ ਦਿੱਤਾ ਕਿ
ਮੈਨੂੰ ਪੂਰਾ ਪਤਾ ਹੈ ਕਿ ਜਦੋਂ ਅਕੈਡਮੀਆਂ ਦੀ ਪ੍ਰਫੁੱਲਤਾ ਹੋਊਗੀ, ਇਹਨਾਂ ਵਿੱਚੋਂ ਜਿਹੜੇ ਹੋਣਹਾਰ ਬੱਚੇ, ਭਾਵੇਂ ਉਹ ਲੇਡੀਜ਼ ਨੇ ਭਾਵੇਂ ਜੈਂਟਸ ਨੇ, ਉਹਨਾਂ ਨੇ ਜ਼ਰੂਰ ਪੰਜਾਬ ਦੀ ਦੇਖਭਾਲ ਕਰਨੀ ਹੈ। ਮੈਨੂੰ ਕੋਈ ਸ਼ੱਕ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲੇ RSS, ਜਿੰਨਾ ਮਰਜ਼ੀ ਜ਼ੋਰ ਲਾ ਲੇ ਕੋਈ ਮੋਦੀ ਸਰਕਾਰ, ਇਹ ਐਜੂਕੇਸ਼ਨ ਜਦੋਂ ਇੰਪਾਰਟ ਹੋਊਗੀ ਵੱਡੇ ਲੈਵਲ ਦੇ ਉੱਤੇ, ਉਹਨਾਂ ਬੱਚਿਆਂ ਨੂੰ ਤੁਸੀਂ ਰੋਕ ਨਹੀਂ ਸਕਦੇ। ਜੀ ਡਾਕਟਰ ਸਾਹਿਬ, ਬਹੁਤ ਸੋਹਣਾ ਐਲੈਬੋਰੇਟ ਕੀਤਾ ਤੁਸੀਂ ਹਰ ਪਹਿਲੂ ਬਾਰੇ। ਦਰਸ਼ਕੋ, ਅਸੀਂ ਪ੍ਰੋਗਰਾਮ ਦੀ ਸਮਾਪਤੀ ਤੇ ਅਖੀਰ 'ਚ ਭੈਣ ਰਵੀਦੀਪ ਕੌਰ ਮੁਕਤਾ ਜੀ, ਤੁਸੀਂ ਟੈਕਸਸ ਦੀ ਸੰਗਤ ਦਾ ਜਿਹੜਾ ਆਪਾਂ ਕੱਲ੍ਹ ਤੋਂ ਦੇਖ ਰਹੇ, ਇੰਨਾ ਸਹਿਯੋਗ, ਇੰਨਾ ਪਿਆਰ ਮਿਲ ਰਿਹਾ ਹੈ, ਇਕੱਲੀ ਮਾਇਆ ਵੱਲੋਂ ਹੀ ਨਹੀਂ, ਜਿਹੜਾ ਨਿੱਘਾ ਪਿਆਰ ਹੋਰ ਪਾਸੇ ਮਿਲ ਰਿਹਾ। ਕਿਤੇ ਭਾਈ ਰਾਜ ਸਿੰਘ ਗਿੱਲ ਦੇ ਘਰੇ ਆ, ਹੋਰ ਆਲੇ ਦੁਆਲੇ ਦੇਖਿਆ ਕਿ ਸਾਗ ਤੇ ਮੱਕੀ ਦੀਆਂ ਰੋਟੀਆਂ ਤੇ ਇੰਨਾ ਪਿਆਰ, ਗਲਵਕੜੀ ਹਰੇਕ ਬੰਦੇ ਨੂੰ ਪਾਈ ਜਾ ਰਹੀ ਹੈ। ਉਹਦੇ ਬਾਰੇ ਕੀ ਕਹੋਗੇ ਅਖੀਰ 'ਚ 1-2 ਮਿੰਟ ਆਪਣੇ ਕੋਲ? ਮੈਂ ਇਹੀ ਕਹਿਣਾ ਚਾਹਾਂਗੀ ਕਿ ਪਹਿਲੇ ਤੇ ਥੈਂਕ ਯੂ ਸੋ ਮਚ ਡਾਕਟਰ ਹਰਦਮ ਆਜ਼ਾਦ ਜੀ ਦਾ, ਕਿ ਮੈਨੂੰ ਬੜੀ ਖੁਸ਼ੀ ਹੋਈ। ਥੋੜੀ ਜੀ ਮੈਂ ਲਾਈਕ ਇਸ ਪ੍ਰੋਗਰਾਮ ਤੋਂ ਪਹਿਲੇ ਗੱਲਬਾਤ ਕਰ ਰਹੀ ਸੀ ਡਾਕਟਰ ਸਾਹਿਬ ਨਾਲ ਕਿ 1963 ਵਿੱਚ ਡਾਕਟਰ ਸਾਹਿਬ ਇੱਥੇ ਆਏ ਐਜ਼ ਅ ਸਟੂਡੈਂਟ, ਹੈ ਨਾ, ਤੇ ਸਿਵਲ ਇੰਜੀਨੀਅਰਿੰਗ ਦੀ ਇੱਥੇ ਆ ਕੇ ਪੜ੍ਹਾਈ ਕੀਤੀ। ਫਰੋਮ 1963 to 2021 ਤੱਕ ਜਿਹੜੀ ਡਾਕਟਰ ਸਾਹਿਬ ਦੀ ਜਰਨੀ, ਇਟ ਵਾਸ ਲਾਈਕ ਦਿਸ, ਹੈ ਨਾ। ਤੇ ਉਹਦੇ ਪਿੱਛੇ ਆਖਿਰ ਤੇ ਐਂਡ ਤੇ ਐਜੂਕੇਸ਼ਨ ਹੀ ਆ ਰਹੀ ਹੈ, ਰਾਈਟ। ਸੋ ਐਜੂਕੇਸ਼ਨ ਨਾਲ, ਇੰਟੈਲੈਕਚੁਅਲ ਨੌਲੇਜ, ਸਪਿਰਿਚੁਅਲ ਨੌਲੇਜ ਨਾਲ ਡਾਕਟਰ ਸਾਹਿਬ ਦੇ, ਸੋ ਨਾਲੇ ਸੇਵਾ ਭਾਵਨਾ ਨਾਲ, ਸਿੱਖੀ ਨਾਲ, ਸੋ ਸਾਰਾ ਕੁਝ ਮਿਲਾ ਕੇ ਤੇ ਪ੍ਰਮਾਤਮਾ ਨੇ ਮੇਰਾ ਕੀਤੀਆਂ ਨੇ। ਰਾਜਗੀਲ ਅੰਕਲ ਦੇ ਘਰ ਅਸੀਂ ਜਾਂਦੇ ਹਾਂ, ਮਤਲਬ ਆਲਵੇਜ਼ ਪੂਰੀ ਨਾਨਕਸਰ ਕਲੋਨੀ, ਕਾਬਲ ਸਿੰਘ ਜੀ ਬੈਠੇ ਨੇ, ਹੋਰ ਸੰਗਤ ਵੀ ਬੈਠੀ ਹੋਈ ਹੈ। ਸੋ ਹਿਊਸਟਨ ਦੀ ਸੰਗਤਾਂ ਵੱਲੋਂ ਬਹੁਤ ਬਹੁਤ ਸਾਨੂੰ ਪਿਆਰ ਮਿਲਦਾ ਵੇ। ਰਾਜਗੀਰ ਅੰਕਲ ਨੂੰ ਤੇ ਜਦੋਂ ਗੱਲ ਕਰਦੇ ਆ, ਉਹਨਾਂ ਨੂੰ ਤੇ ਮੌਕਾ ਮਿਲਣਾ ਚਾਹੀਦਾ ਸੇਵਾ ਦਾ। ਅੰਕਲ ਨੂੰ ਖੇੜੇ ਚੜ ਜਾਂਦੇ ਨੇ। ਅੰਕਲ ਕਹਿੰਦੇ ਬਸ ਤੂੰ ਆ ਜਾ ਆਪੇ। ਹੁਣ ਜਦੋਂ ਮੈਂ ਰਾਜਗੀਰ ਅੰਕਲ ਨੂੰ ਫੋਨ ਕੀਤਾ ਕਿ ਮੈਂ ਅੰਕਲ ਅਸੀਂ ਆਣਾ ਵੇ, ਅੱਗੋਂ ਅੰਕਲ ਨੇ ਮੈਨੂੰ ਬੜੀ ਫਨੀ ਜੀ ਗੱਲ ਕਹੀ, ਬੜਾ ਮੈਨੂੰ ਨਿਮਰਤਾ ਸੀਗੀ ਉਹਦੇ ਵਿੱਚ। ਉਹ ਐ ਸੀ ਕਿ ਆਪਾਂ ਮੰਗਤਿਆਂ ਦਾ ਤੇ ਮੁਕਤਾ ਕੋਈ ਸਟੈਂਡਰਡ ਨਹੀਂ ਹੁੰਦਾ ਪੁੱਤ, ਤੂੰ ਤੇ ਜਦੋਂ ਆਣਾ ਆ ਜਾ। ਆਪਾਂ ਮੇਰੀ ਬਹੁਤੀ ਗੱਲ ਡਾਕਟਰ ਦੀ ਅਪਾਇੰਟਮੈਂਟਾਂ ਹੋਣਗੀ, ਆਪਾਂ ਕੈਂਸਲ ਕਰ ਲਾਂਗੇ। ਤੂੰ ਡਾਕਟਰ ਹਰਦਮ ਆਜ਼ਾਦ ਜੀ ਨੂੰ ਪੁੱਛ ਉਹ ਅਵੇਲੇਬਲ ਹੈਗੇ ਨੇ ਕਿ ਨਹੀਂ ਹੈਗੇ, ਉਹਨਾਂ ਦੀ ਅਵੇਲੇਬਿਲਿਟੀ ਨਾਲ ਆ ਜਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਸੇਵਾ ਕਰਾਂਗੇ, ਹੈ ਨਾ। ਤੇ ਸੋ ਇਹ ਵਾਲਾ ਜਿਹੜਾ ਭਾਵਨਾ, ਜਿਹੜਾ ਕੌਮ ਵਾਸਤੇ ਜੀਣਾ ਮਰਨਾ ਤੇ ਆਈ ਮਾਈ ਮੀ ਤੋਂ ਪਰੇ ਹੋ ਕੇ, ਹੈ ਨਾ, ਤੇ ਅਕਾਲ ਪੁਰਖ ਦੇ ਵਿੱਚ ਜੇ ਲੀਨ ਹੋਣਾ ਹੈਗਾ ਵੇ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰਾ ਘਰ, ਮੇਰੀ ਜੌਬ, ਮੇਰਾ ਬਿਜ਼ਨਸ, ਸਾਰੀ ਗੁਰਬਾਣੀ ਕਹਿੰਦੀ ਹੈ ਕਿ ਇਸ ਤੋਂ ਪਰੇ ਹੋ ਕੇ ਗੁਰੂ ਨਾਨਕ ਦੇ ਘਰ ਵਿੱਚ ਜੇ ਆਪਾਂ ਜਾਣਾ ਵੇ, ਤੇ ਬਾਣੀ ਕਹਿੰਦੀ ਹੈ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੇ ਸੋ ਬਾਣੀ ਇਹ ਵੀ ਕਹਿੰਦੀ ਹੈ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਭਾਵਨਾ, ਹਉਮੈ ਵਿੱਚੋਂ ਜਾਏ। ਮਨ ਦੀਆਂ ਸਾਰੀਆਂ ਇੱਛਾਵਾਂ ਵੀ ਪੂਰੀ ਹੁੰਦੀਆਂ ਤੇ ਹਉਮੈ ਸਭ ਤੋਂ ਵੱਡਾ ਜਿਹੜਾ ਵੈਰ ਵਿਰੋਧ ਕਹਿ ਲਓ, ਮਤਲਬ ਬੜੀ ਵੱਡੀ ਪ੍ਰੋਬਲਮ ਹੈ, ਉਹ ਵੀ ਜਾਂਦੀ ਹੈ, ਨਾਲੇ ਪੁੰਨ ਤੇ ਨਾਲੇ ਫਲੀਆਂ। ਤੇ ਸੰਤ ਅਤਰ ਸਿੰਘ ਜੀ ਕਹਿੰਦੇ ਹੁੰਦੇ ਸੀ, ਆਪ ਫੇਰੀ ਲਾਉਂਦੇ ਹੁੰਦੇ ਸੀ ਰਿਕਸ਼ੇ ਤੇ ਚੜ ਕੇ, ਜਦੋਂ ਦਮਦਮਾ ਸਾਹਿਬ ਸਰੋਵਰ ਦੀ ਸੇਵਾ ਚੱਲ ਰਹੀ ਸੀ, ਤੇ ਉਦੋਂ ਉਹ ਗਾਣਾ ਗਾਉਂਦੇ ਹੁੰਦੇ ਸੀ, ਉਹ ਕੀ ਕਹਿੰਦੇ ਨੇ, ਛੋਟਾ ਜਿਹਾ, ਸੇਵਾ ਨੂੰ ਮੇਵਾ ਲੱਗਦਾ ਕੋਈ ਕਰਕੇ ਵੇਖ ਲੈ, ਸੇਵਾ ਨੂੰ ਮੇਵਾ ਲੱਗਦਾ। ਜੀ ਭੈਣ ਜੀ, ਬਹੁਤ ਸੋਹਣਾ ਐਲੈਬੋਰੇਟ ਕਰ ਰਹੇ। ਉਦੋਂ ਅਮਰਿੰਦਰ ਸਿੰਘ ਜੀ ਦੇ ਦਾਦਾ ਜੀ ਗਏ, ਮਹਾਰਾਜ ਤੁਸੀਂ ਘਰਾਂ 'ਚ ਇੰਜ ਰਿਕਸ਼ਾ ਚੜ ਕੇ ਇੰਨੇ ਵੱਡੇ ਮਹਾਂਪੁਰਖ ਤੁਸੀਂ ਮੰਗਣ ਜਾਂਦੇ ਹੋ, ਨਾ ਜਾਇਆ ਕਰੋ, ਹਨਾ। ਤੇ ਸਾਨੂੰ ਚੰਗਾ ਨਹੀਂ ਲੱਗਦਾ, ਮੈਂ ਸਾਰੀ ਸੇਵਾ ਦਮਦਮਾ ਸਾਹਿਬ ਦੀ ਕਰਾ ਦਾਂਗਾ। ਉਦੋਂ ਸੰਤ ਅਤਰ ਸਿੰਘ ਜੀ ਨੂੰ ਜਲਾਲ ਆ ਗਿਆ। ਉਹਨਾਂ ਨੇ ਕਿਹਾ ਗੁਰੂ ਨਾਨਕ ਦੇ ਘਰ ਵਿੱਚ ਇੰਨੀ ਤਾਕਤ ਹੈ, ਜੇ ਉਹ ਚਾਹਵੇ ਤੇ ਦਮਦਮਾ ਸਾਹਿਬ ਤੋਂ ਲੈ ਕੇ ਸ਼ਿਮਲੇ ਤੱਕ ਹੀਰੇ ਮੋਤੀ ਜਵਾਰਤਾ ਦੀ ਨਦੀਆਂ ਵਹਾ ਸਕਦਾ। ਇੰਨਾ ਵੱਡਾ ਸਾਡਾ ਗੁਰੂ ਹੈ, ਇੰਨੀ ਵੱਡੀ ਸ਼ਮਤਾ ਉਹ ਰੱਖਦਾ ਹੈ। ਪਰ ਅਸੀਂ ਘਰਾਂ ਵਿੱਚ ਮੰਗਣ ਜਾਂਦੇ ਆ, ਤੁਹਾਡਾ ਸਾਰਿਆਂ ਦਾ ਭਲਾ ਕਰਦਿਆਂ ਕਿਸੇ ਦਾ ਪੈਨੀ ਆਨੀ ਦਵਾਨੀ, ਤੇ ਮਹਾਂਪੁਰਖਾਂ ਨੇ ਕਿਹਾ ਉਸ ਤੋਂ ਜ਼ਿਆਦਾ ਭਲਾ ਮੈਂ ਆਪਣਾ ਕਰਦਾ ਕਿ ਮੇਰੀ ਹਉਮੈ ਮਰਦੀ ਏ ਤੇ ਮੇਰੀ ਜਿਹੜੀ ਦੇਹ ਵੇ ਉਹ ਗੁਰੂ ਨਾਨਕ ਦੇ ਚਰਨਾਂ 'ਚ ਲੱਗ ਰਹੀ ਹੈ, ਮੈਂ ਤੇ ਇੰਟੈਂਸ਼ਨਲੀ ਜਾ ਕੇ ਮੰਗਦਾ ਵਾਂ। ਸੋ ਇਹ ਸਾਰੀ ਭਾਵਨਾ ਜਿਹੜੀ ਅਸੀਂ ਆਪਾਂ ਜੇ ਅੰਦਰ ਲੈ ਆਈਏ, ਸਾਰੇ ਕੌਮ ਰਲ ਕੇ, ਅਸੀਂ ਪੰਜਾਬ ਨੂੰ ਨਹੀਂ ਬਚਾ ਸਕਦੇ, ਅਸੀਂ ਪੂਰੀ ਦੁਨੀਆ ਤੇ ਰਾਜ ਨਹੀਂ ਕਰ ਸਕਦੇ, ਅਸੀਂ ਕਰ ਸਕਦੇ ਹਾਂ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਆ, ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ। ਸਿਰਫ ਸਾਨੂੰ ਆਪਣੇ ਜਿਗਰੇ ਦਲੇਰ ਕਰਨੇ ਚਾਹੀਦੇ ਨੇ ਤੇ ਆਪਣੀ ਚੈਰਿਟੀ ਟੈਕਸ ਐਗਜ਼ੈਂਪਟ ਹੈਗੀ ਹੈ, 501c ਹੈਗੀ ਹੈ, ਈਅਰ ਐਂਡ ਹੈਗਾ। ਤੇ ਮੈਂ ਸਾਰੇ ਜਸਟ ਟੀਵੀ ਦੇ ਦਰਸ਼ਕਾਂ
ਨੂੰ ਜਿਹੜੇ ਜਿੰਨੇ ਵੀ ਆਲ ਓਵਰ ਅਮਰੀਕਾ ਦੇ ਆਪਣੇ ਡੋਨਰਸ ਨੇ ਉਹਨਾਂ ਦੇ ਅੱਗੇ ਸਾਡਾ ਸੀਸ ਝੁਕਦਾ ਵੇ ਕਿ ਤੁਹਾਡੀ ਪੈਨੀ ਆਨਾ ਦੁਆਨਾ ਉੱਥੇ ਆਪਣੇ ਪੰਜਾਬ ਦੇ ਭਵਿੱਖ ਨੂੰ ਬਦਲ ਰਹੀ ਹੈ। ਪੰਜਾਬ ਦੇ ਇੱਕ ਇੱਕ ਘਰ ਇੰਡੀਵਿਜੂਅਲੀ ਇੱਕ ਇੱਕ ਬੰਦੇ ਨੂੰ ਉਹ ਰੀਚ ਕਰ ਰਹੀ ਹੈ ਥਰੂ ਦਾ ਐਜੂਕੇਸ਼ਨ। ਪਰ ਹਾਲੇ ਪੈਂਡਾ ਬਹੁਤ ਵੱਡਾ ਤੇ ਲੰਬਾ ਵੇ ਤੇ ਤੁਹਾਨੂੰ ਸਾਡੇ ਨਾਲ ਚੱਲ ਕੇ ਇਸ ਕਾਰਵੇ ਦੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਆਪ ਸਾਰਿਆਂ ਦੀ ਸਾਨੂੰ ਬਹੁਤ ਲੋੜ ਹੈ। ਬਾਕੀ ਥੈਂਕ ਯੂ ਸੋ ਮਚ ਗੁਰਲਾਲ ਵੀਰ ਜੀ, ਸੁੱਖਾ ਵੀਰ ਜੀ ਦੀ ਕੈਮਰਾ ਟੀਮ ਤੇ ਪੈਨੀ ਸੰਧੂ ਜੀ ਦਾ, ਅਸ਼ਮਿਤਾ ਜੀ ਦਾ, ਪੂਰੇ ਜਸਟ ਟੀਵੀ ਦੀ ਟੀਮ ਦਾ ਦਿਲੋਂ ਧੰਨਵਾਦ। ਤੇ ਅਗੇਨ ਡਾਕਟਰ ਹਰਦਮ ਆਜ਼ਾਦ ਜੀ ਦੇ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਡਾਕਟਰ ਸਾਹਿਬ ਸਾਡੇ ਸਿਰ ਤੇ ਵੀ ਹੱਥ ਰੱਖ ਦਿਓ, ਇਹੋ ਜਿਹਾ ਜੋਸ਼ ਜਿਹੜਾ ਕਿ ਸਾਨੂੰ ਵੀ ਮਿਲਦਾ ਰਵੇ। ਕਾਬਲ ਸਿੰਘ ਜੀ ਦਾ, ਰਾਜਗੀਰ ਅੰਕਲ ਦਾ, ਮਨਜਿੰਦਰ ਵੀਰ ਜੀ, ਸੋ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬਹੁਤ ਸੋਹਣਾ ਐਲੈਬੋਰੇਟ ਕੀਤਾ ਭੈਣ ਰਵੀਦੀਪ ਕੌਰ ਮੁਕਤਾ ਨੇ। ਅਗੇਨ ਚੈਰਿਟੀ ਬਿਗਿਨਸ ਐਟ ਹੋਮ। ਟਾਈਮ ਬਹੁਤ ਥੋੜਾ ਰਹਿ ਗਿਆ, ਮੈਂ ਐਂਡ ਦੇ ਵਿੱਚ ਇਹੀ ਕਹੂੰਗਾ ਕਿ ਆਪਾਂ ਕੰਮਕਾਰ ਕਰਨੇ ਆ। ਕਹਿੰਦੇ ਬਾਬਾ ਸਾਹਿਬ ਨੇ ਕਿਹਾ, ਗੁਰੂ ਨਾਨਕ ਦੇਵ ਜੀ ਨੇ, ਜੇ ਤੁਸੀਂ ਚੰਗੀ ਨੀਤ ਨਾਲ ਚੱਲਦੇ ਹੋ ਤਾਂ ਰੋਟੀ ਪਾਣੀ ਜਗ੍ਹਾ ਤੁਹਾਡੀ ਨਿਸ਼ਚਿਤ ਹੈ। ਕਹਿੰਦੇ ਨਾ, ਜਹਾਂ ਦਾਣੇ ਤਹਾਂ ਖਾਣੇ। ਉਹ ਗੁਰੂ ਨਾਨਕ ਸਾਹਿਬ ਕਹਿੰਦੇ ਹੁੰਦੇ ਆ ਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਸਾਨੂੰ ਕਿਤੇ ਨਹੀਂ ਪਤਾ ਸੀ ਅਸੀਂ ਟੈਕਸਸ ਆਵਾਂਗੇ, ਪਰ ਉਹ ਪਰਮ ਪਿਤਾ ਪਰਮਾਤਮਾ ਨੂੰ ਪਤਾ। ਆਪਣੇ 2 ਵਕਤ ਦੀ ਰੋਟੀ ਤਾਂ ਰੱਬ ਨੇ ਲਿਖੀ ਆ, ਉਸ ਤੋਂ ਬਾਅਦ ਆਪਾਂ ਦਸਵੰਧ ਕੱਢ ਕੇ ਇੱਦਾਂ ਦੇ ਅਦਾਰਿਆਂ ਦੀ ਆਪਾਂ ਸੇਵਾ ਕਰ ਸਕੀਏ। ਯਾਦ ਰੱਖਿਓ, ਆਪਾਂ ਬਹੁਤ ਦਰਗਾਹ ਦੇ ਵਿੱਚ ਹਾਜ਼ਰੀ ਲੱਗੂਗੀ। ਅਗੇਨ ਟੈਕਸਸ ਦੀ ਸੰਗਤ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ, ਪਿਆਰ ਮਿਲਿਆ। ਡਾਕਟਰ ਹਰਦਮ ਸਿੰਘ ਆਜ਼ਾਦ ਵੱਲੋਂ, ਭਾਜੀ ਰਾਜ ਸਿੰਘ ਗਿੱਲ ਵੱਲੋਂ, ਭਾਜੀ ਕਾਬਲ ਸਿੰਘ ਜੀ ਵੱਲੋਂ, ਤੇ ਹੋਰ ਜਿੰਨੇ ਵੀ ਵੀਰ, ਜਿੰਨੇ ਭੈਣਾਂ ਸਾਡੀਆਂ ਮਿਲੀਆਂ ਟੈਕਸਸ 'ਚ, ਬਹੁਤ ਪਿਆਰ ਦਿੱਤਾ। ਤੇ ਆਪਾਂ ਇਸ ਅਦਾਰੇ ਨੂੰ ਅੱਗੇ ਹੋਰ ਵੱਧ ਚੜ੍ਹ ਕੇ ਹਿੱਸਾ ਪਾਈਏ ਤਾਂ ਕਿ ਆਪਣਾ ਜੀਵਨ ਸਫਲਾ ਹੋ ਸਕੇ। ਅਖੀਰ ਦੇ ਵਿੱਚ ਜੇ ਸਾਡੇ ਪ੍ਰੋਗਰਾਮ ਕਰਦਿਆਂ ਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਧੰਨਵਾਦ ਕਰਨਾ ਚਾਹੂੰਗਾ। ਸਾਡੇ ਜਿਹੜੇ ਮਾਲਕ ਘੱਟ ਨੇ ਤੇ ਮੈਂਟਰ ਜ਼ਿਆਦਾ ਨੇ, ਪੈਨੀ ਕੇ ਸੰਧੂ ਜੀ ਸਾਡੇ ਨਾਲ ਹੱਲਾਸ਼ੇਰੀ ਦੇਣ ਨੂੰ ਉਚੇਚੇ ਤੌਰ 'ਤੇ ਨਿਊਯਾਰਕ ਤੋਂ ਆਏ ਹੋਏ ਭਾਈ ਸੁੱਖਾ ਜੀ, ਤੇ ਭੈਣਾ ਅਸ਼ਮਿਤਾ ਕੋਈ ਕਾਰਨ ਕਰਕੇ ਨਹੀਂ ਆ ਸਕੀ, ਤੇ ਬਾਕੀ ਸਾਰੀ ਸੰਗਤਾਂ ਦਾ ਧੰਨਵਾਦ। ਵਕਤ ਮਿਲਿਆ ਤਾਂ ਆਪਾਂ ਜ਼ਰੂਰ ਮਿਲਾਂਗੇ। ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ। ਮੈਨੂੰ ਦਿਓ ਇਜਾਜ਼ਤ। ਅਖੀਰ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।